सही भगती है। हालेलुया हालेलुया। हाँ जी, कितने तैयार है प्रभु का वचन सुनने के लिए? हालेलुया। आओ ਅਸੀਂ यूहन्ना ਦੀ ਪਹਿਲੀ ਪੱਤਰੀ, यूहन्ना ਦੀ ਪਹਿਲੀ ਪੱਤਰੀ ਉਹਦਾ 3 ਅਧਿਆਇ ਉਸਦੀ ਅਸੀਂ 3 ਅਧਿਆਇ ਔਰ ਉਹਦੀ ਅਸੀਂ 11 और 12 ਐਤ ਨੂੰ ਪੜ੍ਹਨਾ ਹੈ। हालेलुया। सब तैयार है बच्चे सुनने? आमीन। हालेलुया। हालेलुया। इथे लिखा है क्यों जो ओ समाचार जेड़ा तुसा मुंडो सुनिया सो ये है कि ਅਸੀਂ ਇੱਕ ਦੂਜੇ ਨਾਲ ਪ੍ਰੇਮ ਰੱਖੀਏ। ਆਮੀਨ। ਹਾਲੇਲੂਇਆ। ਹਾਲੇਲੂਇਆ। ਜਿਹੜਾ ਤੁਸੀਂ ਸ਼ੁਰੂ ਤੋਂ ਕਹਿੰਦੇ ਸੀ ਪ੍ਰਚਾਰ ਸੁਣਿਆ ਆ ਉਹ ਇਹੀ ਆ ਵੀ ਅਸੀਂ ਇੱਕ ਦੂਜੇ ਨਾਲ ਕੀ ਰੱਖੀਏ? ਪ੍ਰੇਮ ਰੱਖੀਏ। ਜਿਵੇਂ ਨਹੀਂ ਜਿਵੇਂ ਕਾਇਨ ਉਸ ਦੁਸ਼ਟ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ ਅਤੇ ਕਿਉਂ ਉਹਨੂੰ ਮਾਰਿਆ ਇਸ ਲਈ ਜੋ ਉਹਦੇ ਕੰਮ ਬੁਰੇ ਅਤੇ ਉਹਦੇ ਭਰਾ ਦੇ ਕੰਮ ਭਲੇ ਸਨ। ਆਓ ਅਸੀਂ ਸਭ ਆਪਣੀ ਸਿਰਾਂ ਝੁਕਾਈਏ, ਅੱਖਾਂ ਬੰਦ ਕਰ। ਸਵਰਗੀ ਪਿਤਾ ਯਿਸੂ ਨਾਸਰੀ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਂ ਇਹਨਾਂ ਮਹਾਨ ਵਚਨਾਂ ਦੇ ਲਈ ਪ੍ਰਭੂ। ਔਰ ਕਿੰਨਾ ਵਧੀਆ ਹੈ ਪ੍ਰਭੂ ਕਿ ਜਦੋਂ ਤੂੰ ਸਦਾ ਲੋਕਾਂ ਨੂੰ ਆਪਣੇ ਵਚਨ ਦੇ ਦੁਆਰਾ ਬਚਾਉਣਾ ਚਾਹੁੰਦਾ ਹੈ ਪ੍ਰਭੂ। ਪਰ ਉਹ ਲੋਕ ਜਿਹੜੇ ਤੇਰੇ ਵਚਨ ਦੇ ਅੰਦਰ ਪਾਏ ਜਾਂਦੇ ਹਨ ਪ੍ਰਭੂ, ਉਹ ਅੱਜ ਨਹੀਂ ਕਿ ਉਹ ਵਚਨ ਦੇ ਅੰਦਰ ਪਾਏ ਜਾਣਗੇ, ਉਹ ਤਾਂ ਯੁੱਗ ਦੀ ਇਸ ਧਰਤੀ ਦੀ ਨੀਂਦਰ ਤੋਂ ਪਹਿਲਾਂ ਹੀ ਤੇਰੇ ਵਚਨ ਦੇ ਅੰਦਰ ਪਾਏ ਗਏ। ਪਰ ਪ੍ਰਭੂ ਕਈ ਵਾਰ ਜਦੋਂ ਇਨਸਾਨ ਉਸ ਗੱਲ ਨੂੰ ਭੁੱਲ ਜਾਂਦਾ ਹੈ ਤਾਂ ਤੂੰ ਵਾਰ-ਵਾਰ ਉਹਨੂੰ ਚੇਤੇ ਕਰਾਉਣ ਦੇ ਲਈ ਫਿਰ ਉਹਨਾਂ ਗੱਲਾਂ ਨੂੰ ਪ੍ਰਚਾਰਦਾ ਹੈ ਪ੍ਰਭੂ। ਫਿਰ ਤੂੰ ਉਸ ਮਸਾਂ ਨੂੰ ਘਾਲਦਾ ਹੈ ਜੋ ਲੋਕਾਂ ਦੇ ਵਿੱਚ ਆ ਕੇ ਉਹਨਾਂ ਗੱਲਾਂ ਨੂੰ ਪ੍ਰਚਾਰੇ ਔਰ ਲੋਕ ਤੇਰੇ ਵੱਲ ਮੁੜਦੇ ਆਉਣ ਪ੍ਰਭੂ। ਯਿਸੂ ਨਾਸਰੀ ਤੇਰਾ ਕਿੰਨਾ ਮਹਾਨ ਵਚਨ ਆ, ਭਾਵੇਂ ਕਿ ਇਹਨਾਂ ਗੱਲਾਂ ਨੂੰ ਅਸੀਂ ਵਾਰ-ਵਾਰ ਪੜ੍ਹਦੇ ਹਾਂ, ਸੁਣਦੇ ਹਾਂ, ਸਿੱਖਦੇ ਪ੍ਰਭੂ, ਪਰ ਕਦੇ ਵੀ ਏਦਾਂ ਨਹੀਂ ਲੱਗਾ ਕਿ ਇਹ ਪੁਰਾਣਾ ਹੋ ਚੁੱਕਿਆ ਆ ਜਾਂ ਇਹਦੇ ਵਿੱਚੋਂ ਰਸ ਖਤਮ ਹੋ ਚੁੱਕਿਆ ਆ। ਅਗਰ ਇਹ ਕਿਸੇ ਇਨਸਾਨ ਦਾ ਵਚਨ ਹੁੰਦਾ ਤਾਂ ਜ਼ਰੂਰ ਸੀ ਕਿ ਇਹ ਪਿੰਗਲਾ ਜਾਂਦਾ ਜਾਂ ਇਹਦੇ ਅੰਦਰ ਰਸ ਖਤਮ ਹੋ ਜਾਂਦਾ। ਪਰ ਕਿਆ ਹੀ ਪ੍ਰਭੂ ਤੇਰਾ ਮਹਾਨ ਵਚਨ ਹੈ ਜਿਹਦੇ ਵਿੱਚ ਅੱਜ ਵੀ ਪੂਰਾ ਉਨਾ ਹੀ ਰਸ ਹੈ ਪ੍ਰਭੂ, ਜੋ ਸਾਡੇ ਸਭਨਾਂ ਨੂੰ ਤ੍ਰਿਪਤ ਕਰਦਾ ਹੈ, ਜਿਹੜਾ ਸਾਡੇ ਸਭਨਾਂ ਨੂੰ ਜੀਵਨ ਦੇ ਲਈ ਇੱਕ ਨਵਾਂ ਰਾਹ ਦਿੰਦਾ ਹੈ ਪ੍ਰਭੂ। ਉਹ ਮਿਹਰਬਾਨ ਪ੍ਰਭੂ ਸੋਨੇ ਕਿ ਜਦ ਮਹਾਨ ਵਚਨ ਇਸ ਜਗ੍ਹਾ ਤੇ ਵੰਡਿਆ ਜਾਏ, ਸਾਡੇ ਸਭਨਾਂ ਦੇ ਹਿਰਦੇ ਇਸ ਵਚਨ ਦੇ ਨਾਲ ਸਰਗਰਮ ਪਾਏ ਜਾਣ। ਆਮੀਨ। ਸਭ ਪ੍ਰਭੂ ਤੇਰੇ ਵਚਨ ਦੀ ਆਗਿਆਕਾਰੀ ਦੇ ਅੰਦਰ ਪਾਏ ਜਾਈਏ ਪ੍ਰਭੂ। ਔਰ ਅਗਰ ਸਾਡੇ ਦਰਮਿਆਨ ਕੋਈ ਵੀ ਭੈਣ ਭਰਾ ਅਜਿਹਾ ਆਇਆ ਜੋ ਹਾਲੇ ਤੱਕ ਵੀ ਇਸ ਮਹਾਨ ਸਿੱਖਿਆ ਚੋਂ ਬਾਹਰ ਆ ਜਾਂ ਉਸ ਇਰਾਦੇ ਤੋਂ ਬਾਹਰ ਆ ਜਿਹੜਾ ਇਰਾਦਾ ਤੇਰਾ ਹੈ ਪ੍ਰਭੂ, ਤੇ ਆ ਵਚਨ ਸੁਣਦਾ ਪ੍ਰਭੂ ਤੇਰੇ ਇਰਾਦੇ ਦੇ ਅੰਦਰ ਆ ਜਾਵੇ। ਆਮੀਨ। ਔਰ ਅਗਰ ਕੋਈ ਹਾਲੇ ਤੱਕ ਸਾਡੇ ਵਿੱਚੋਂ ਬਿਮਾਰ ਆ ਜਾਂ ਕਿਸੇ ਗੁਲਾਮੀ 'ਚ ਜੀ ਰਿਹਾ ਪ੍ਰਭੂ, ਤੇਰਾ ਵਚਨ ਸੁਣਦਾ ਪ੍ਰਭੂ ਪੂਰੀ ਤਰ੍ਹਾਂ ਨਾਲ ਆਜ਼ਾਦ ਹੋ ਜਾਵੇ ਪ੍ਰਭੂ। ਆਮੀਨ। ਯਿਸੂ ਨਾਸਰੀ ਤੂੰ ਹਰੇਕ ਭੈਣ ਭਰਾ ਨੂੰ ਸੁਣਨ ਵਾਲੇ ਕੰਨ ਬਖਸ਼ ਪ੍ਰਭੂ। ਜਦੋਂ ਤੇਰਾ ਵਚਨ ਬਿਆਨ ਕਰਦਾ ਹੈ ਕਿ ਜਿਸ ਦੇ ਕੰਨ ਹਨ ਸੋ ਸੁਣ ਲਵੇ ਕਿ ਆਤਮਾ ਕਲੀਸਿਆ ਨੂੰ ਕੀ ਆਖਦਾ ਆ, ਕਿਉਂਕਿ ਪ੍ਰਭੂ ਆਤਮਾ ਦੀਆਂ ਗੱਲਾਂ ਸਿਰਫ ਆਤਮਿਕ ਲੋਕ ਹੀ ਸਮਝ ਸਕਦੇ ਹਨ। ਅਦਰਵਾਈਜ਼ ਲੋਕ ਇਸ ਗੱਲ ਤੋਂ ਭੈੜੇ ਪੈਂਦੇ ਹਨ, ਇਸ ਗੱਲ ਤੋਂ ਪਿਛਾਂਹ ਹਟ ਜਾਂਦੇ ਹਨ ਔਰ ਇੱਥੋਂ ਤੱਕ ਕਿ ਕਈ ਤਾਂ ਕਹਿਣ ਵਾਂਗੂ ਕਲੀਸਿਆ ਹੀ ਛੱਡ ਕੇ ਭੱਜ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਇਸ ਜਗ੍ਹਾ ਤੇ ਸਖਤਾਈ ਹੈ, ਇਸ ਜਗ੍ਹਾ ਤੇ ਔਖਾ ਆ। ਪ੍ਰਭੂ ਦੇ ਲੋਕਾਂ ਨੂੰ ਪ੍ਰਭੂ ਕੁਝ ਵੀ ਸਟੈਂਡ ਲੈਣਾ ਔਖਾ ਨਹੀਂ ਆ, ਕਿਉਂਕਿ ਉਹ ਸ਼ੁਰੂ ਤੋਂ ਇਸ ਵਚਨ ਦੀ ਪਰਿਭਾਸ਼ਾ ਦੇ ਵਿੱਚ ਰਹੇ ਆ, ਇਸ ਵਚਨ ਦੀ ਭਾਸ਼ਾ ਨੂੰ ਬਖੂਬੀ ਜਾਣਦੇ ਹਨ। ਇੱਕ ਭੈਣ ਭਰਾ ਨੂੰ ਕਿਰਪਾ ਦੇ, ਦਇਆ ਕਰ ਪ੍ਰਭੂ, ਯਿਸੂ ਮਸੀਹ ਦੇ ਨਾਮ ਚ ਮੰਗਦੇ ਆਮੀਨ। ਇਹ ਸਭ ਆਦਰ ਤੱਕ ਬੈਠ ਸਕਦੇ ਹਾਂ। ਹਾਲੇਲੂਇਆ। ਹਾਲੇਲੂਇਆ। ਜਿਹੜਾ ਪ੍ਰਚਾਰ ਤੁਸੀਂ ਮੁੱਢ ਤੋਂ ਸੁਣਿਆ ਉਹ ਇਹ ਹੀ ਆ ਕਿ
नजराने कौन लेके आ रहा है? काइन नजराने लेके आ रहा है, भेटा लेके आ रहा है। बकायदा ओदे लिए एक जगवेदी बनाई है, एक चर्च बनाया है। जगवेदी का मतलब है वो जगह जिस जगह ते परमेश्वर दे नाल संगति की जा सकती है, जिस जगह ते परमेश्वर दे नाल मिलाप किया जा सकता है। हालेलुया। वो जगह जिस जगह ते प्रभु दे रहन का स्थान है, ਉਹਦੇ ਲਈ ਉਹਨੇ ਚਰਚ ਬਣਾਇਆ ਹੈ, ਜਗਵੇਦੀ ਬਣਾਈ ਔਰ ਉੱਥੇ ਨਜ਼ਰਾਨੇ ਲੈ ਕੇ ਆ ਰਿਹਾ ਹੈ, ਭੇਟਾਂ ਲੈ ਕੇ ਆ ਰਿਹਾ ਹੈ। ਔਰ ਇੱਥੋਂ ਤੱਕ ਕਿ ਇੱਕੋ ਸੰਗਤੀ ਦੇ ਮੈਂਬਰ ਆ। ਕਹਿਣ ਤੇ ਹਾਬਲ ਇੱਕੋ ਪਾਸਟਰ ਦੇ ਦੁਆਰਾ ਸਿੱਖ ਰਹੇ ਆ, ਇੱਕੋ ਪਾਸਟਰ ਤੋਂ ਸਿੱਖਿਆ ਲੈ ਰਹੇ ਔਰ ਇੱਕੋ ਕੁੱਖ ਦੇ ਵਿੱਚ ਜਨਮ ਰਹੇ ਆ। ਹਾਲੇਲੂਇਆ। और नबी ने कहा कि हाबल दे नालों सोहनी जगवेदी बनाई है और धर्मी भी देखने दे विच वध लग रहा है, क्योंकि प्रभु दे सामने नजराने लैके आने, भेटा लैके आनी माड़ी गल कि चंगी गल है? यही तो लैके आया। बंदगी करनी वधिया गल है कि माड़ी गल है? चंगी गल है ना। प्रार्थना करनी वधिया गल है कि माड़ी गल है? हैं? किन्ने नूं याद है दो जने प्रार्थना करन आए? सच है, आमीन, है ना? प्रार्थना करना आए ते एक बंदा बिल्कुल अगे जाता है, वो फरीसी है, और जाके कहता कि प्रभु वेख मैं तेरे लिए किन्ने रोजे रखदा है, मैं किन्ना धर्म नूं पूरा करदा है ना? और इथों तक कि वेख मैं किन्नी मेहनत कर रहा है, मैं अपने बच्चों नूं भी पालदा आ, उधर भी करदा आ, और फिर पास्टर दियां झिड़कां भी सुनदा है ना? सब कुछ कितना औखा होया पिया है ना? और प्रार्थना करनी कितनी वधिया गल है। और किदां दी प्रार्थना कर रहे? प्रभु मैं वेला रोजे रखदा ही, रोजे रखने माड़ी गल नहीं गी, वधिया गल है ना? प्रभु दे लई अपनी भुख प्यास नूं छड्डना वधिया गल है। प्रार्थना करनी नितनेम दे नाल, दिखावे दे लई एक दो दिन कई कीती जा सकदी है ना? दिखावे दे लई 2-4 दिन बंदगी कीती जा सकदी है, पर नितनेम दे नाल औखा है। पर वो रेगुलर कर रहा है हैकल च जाके, पर कहता मैं उन्हां लोकां वर्गा भी नहीं हूं, खास में कहता जो पीछे बैठा है ਉਹਦੇ वर्गा नहीं हूं मैं, वो तो लोगों की छिल लाउंदा पूरी, वो तो आ काम करदा है। किन्हां नूं गल समझ आई? वेखो प्रभु दी हजूरी च जो दो जने प्रार्थना करन आए, एक दी प्रार्थना कबूल कर ली गई तो एक रह गया। सच किदां? एक दी प्रार्थना तद दे नाल आ और एक दी प्रार्थना है अपने आप नूं उच्चा करके। किन्हां नूं गल समझ आ रही? एक दी प्रार्थना इदां है कि प्रभु मैं तो अगे जाने भी योग नहीं हूँ, टुटे हिरदे मैं तो इन्ना खराब हो चुका है, योग नहीं, मैं तो अपने ने पापी बुला तो तेरा नाम लैन दे योग नहीं गा, तेरा नाम है ना पवित्र है। पर दूजा कर रहा प्रभु मैं बहुत वधिया ही, ये वर्गा नहीं हूँ मैं। और ईर्खा तो प्रभु नफरत करता है, उन्होंने घिन आउंदी आ, वो इस गल नूं डन तो बिना छड्डदा नहीं गा। सच है। और लिखा कि वो मसूलिया जिहड़ा पहली बार ही किते दुआ करना आ गया, पता नहीं किद्दां दा हिरदा टुटा ते आ गया लाके, वो ज़्यादा बरकत लै गया। आमीन। ओदी सुनी नहीं गई, जिहड़ा अगे जाके प्रार्थना कर रहे। किन्हां नूं गल समझ आई? आमीन। प्रभु देखना चाहुंदा है कि तुहाडा बंदगी दे प्रति तदद किन्ना है, तुसी बंदगी करना आए, हिरदा किन्ना टुटा है तुहाडा। सच है। तुसी बंदगी करना आ गए और वचन सुन रहे, किन्ने कैसे इरादे दे वचन नूं सुन रहे हो? आमीन। उस वचन दे उत्ते चलण दी की इरादा है तुहाडा? आमीन। अगर वचन सुनिया और सुनना इस मकसद दे नाल है कि मैं किहड़ा चलना है, आपे चलण लई होर भाई हैगे आ, पर आ प्रचार तां खास करके उस भैन भरा दे लई है जिहड़ा भैन भरा
ਲੇਟ ਆਉਂਦਾ ਆ। ਖਾਸ ਕਰਕੇ ਉਸ ਭੈਣ ਭਰਾ ਦੇ ਲਈ ਆ ਜਿਹੜਾ ਖਾਸ ਕਰਕੇ ਵਚਨ ਨੂੰ ਮੰਨਦਾ ਹੀ ਨਹੀਂਗਾ। ਇਹ ਉਹਦੇ ਲਈ ਆ, ਮੇਰੇ ਲਈ ਥੋੜੀ ਨਾ ਹੈ। ਪਰ ਵਚਨ ਸਭਨਾਂ ਦੇ ਲਈ ਹੁੰਦਾ ਆ। ਆਮੀਨ। ਸਾਬਤ ਹੋ ਜਾਣਾ ਹੁਣ। ਹਾਲੇਲੂਇਆ। ਵਚਨ ਕਦੇ ਇੱਕ ਦੇ ਲਈ ਨਹੀਂ ਹੁੰਦਾ, ਸਭ ਦੇ ਲਈ। ਉਹਦੇ ਲਈ ਨਹੀਂ ਹੁੰਦਾ ਜਿਹੜਾ ਸੁਣਨ ਦੇ ਲਈ ਆਇਆ ਹੀ ਨਹੀਂਗਾ। ਔਰ ਜਿਹੜਾ ਸੁਣਨ ਦੇ ਲਈ ਨਹੀਂ ਨਾ ਆਇਆ ਉਹਦਾ ਧਿਆਨ ਵੀ ਏਦਾਂ ਹੀ ਹੋਣਾ। ਟਾਈਮ ਬਹੁਤ ਹੋ ਗਿਆ, ਅੱਜ ਨਾ ਗਰਮੀ ਬਹੁਤ ਸੀ, ਪੱਖੇ ਚੱਲ ਨਹੀਂ ਰਹੇ ਸੀ, ਉਹਨਾਂ ਧਿਆਨ ਇੱਧਰ ਨੂੰ। ਭਾਈ ਜਦੋਂ ਖੜਾ ਨਾ ਤੇ ਉਹਦਾ ਕਾਲਰ ਸਹੀ ਨਹੀਂ ਸੀਗਾ। ਭਾਈ ਜਦੋਂ ਏਦਾਂ ਦਾ ਕਰ ਰਿਹਾ ਸੀ ਨਾ, ਉਹ ਫਲਾਣੇ ਬੰਦੇ ਨੇ ਗੀਤ ਵੇਖੋ ਕਿੱਦਾਂ ਬੋਲੇ, ਉਹਦੇ ਗੀਤ ਬੋਲਣ ਦਾ ਤਰੀਕਾ ਕੀ ਸੀਗਾ। ਏਦਾਂ ਦੀ ਚੀਜ਼ਾਂ ਧਿਆਨ। ਪ੍ਰਭੂ ਦਾ ਆਤਮਾ ਕੀ ਕੰਮ ਕਰ ਰਿਹਾ ਉਧਰਲੇ ਪਾਸੇ ਧਿਆਨ ਹੀ ਨਹੀਂਗਾ। ਪ੍ਰਭੂ ਕੀ ਕੰਮ ਕਰ ਰਿਹਾ ਉਧਰਲੇ ਪਾਸੇ ਧਿਆਨ ਨਹੀਂਗਾ। ਇਹੀ ਤਾਂ ਕੰਮ ਹਾਬਲ ਨੇ ਕੀਤਾ। ਇਹੀ ਕੰਮ ਤਾਂ ਕਹਿਣ ਤੇ ਹਾਬਲ 'ਚ ਚੱਲਿਆ। ਹਾਲੇਲੂਇਆ। ਉਹਦਾ ਧਿਆਨ ਨਹੀਂ ਕਿ ਇਹਨੂੰ ਪ੍ਰਭੂ ਨੇ ਬਰਕਤ ਦੇ ਦਿੱਤੀ ਆ, ਇਸ ਵੱਲੇ ਉਹਦਾ ਧਿਆਨ ਨਹੀਂਗਾ। ਉਹਦਾ ਤਾਂ ਧਿਆਨ ਹੈ ਕਿ ਹਾਂ ਮੈਂ ਤੋਂ ਅੱਗੇ ਕਿੱਦਾਂ ਨਿਕਲ ਗਿਆ, ਮੈਂ ਇੰਨੀ ਮਿਹਨਤ ਕੀਤੀ, ਮੈਂ ਇੰਨਾ ਸਭ ਕੁਝ ਕੀਤਾ, ਪਰ ਹਾਂ ਇਹ ਕਿੱਦਾਂ ਹੋ ਸਕਿਆ ਆ। ਔਰ ਇਹ ਪਹਿਲਾ ਬੰਦਾ ਸੀ ਜਿਸ ਦੇ ਅੰਦਰ ਸ਼ੈਤਾਨ ਦੇਹਧਾਰੀ ਹੋਇਆ। ਸ਼ੈਤਾਨ ਦੀ ਹਜ਼ੂਰੀ, ਸ਼ੈਤਾਨ ਦਾ ਸਿੰਘਾਸਨ ਜਿਹਦੇ ਅੰਦਰ ਆਇਆ, ਉਦੋਂ ਜਦੋਂ ਰਿਜੈਕਟ ਕਰ ਦਿੱਤਾ ਗਿਆ। ਉਸ ਤੋਂ ਪਹਿਲਾਂ ਸਹੀ ਸੀਗਾ, ਸੰਗਤੀ ਜਾ ਰਿਹਾ ਆ, ਵਚਨ ਸੁਣ ਰਿਹਾ ਆ, ਸਭ ਚੀਜ਼ਾਂ ਕਰ ਰਿਹਾ ਆ, ਪਰ ਉਸ ਤੋਂ ਪਹਿਲਾਂ ਸਭ ਕੁਝ ਸਹੀ ਚੱਲ ਰਿਹਾ ਹੈ। ਪਰ ਜਿੱਦਾਂ ਪ੍ਰਭੂ ਦੇ ਕੋਲੋਂ ਰਿਜੈਕਟ ਕੀਤਾ ਗਿਆ, ਇਹਨੂੰ ਡਾਂਟ ਪਈ, ਝਿੜਕ ਪਈ, ਫੱਟ ਦੂਜੇ ਪਾਸੇ। ਅੱਜ ਵੀ ਕਈ ਏਦਾਂ ਕਰਦੇ ਜਦੋਂ ਡਾਂਟ ਮਿਲੀ। ਹੁਣ ਕਲੀਸਿਆ ਤੇ ਉਸ ਦੀ ਹਾਲਤ ਮੈਸੇਜ ਭਾਈ ਬ੍ਰੈਨਮ ਨੇ ਕਿਹਾ, ਅਗਰ ਕਿਸੇ ਵਿਸ਼ਵਾਸੀ ਨੂੰ ਚੈੱਕ ਕਰਨਾ ਹੈ ਵੀ ਇਹ ਵਿਸ਼ਵਾਸੀ ਹੈ ਕਿ ਨਹੀਂ, ਕੀ ਕਰੋ ਭਲਾ? ਤੂੰ ਡਾਂਟ ਮਾਰੋ। ਔਰ ਕਹਿੰਦਾ ਜਦੋਂ ਤੁਸੀਂ ਡਾਂਟ ਮਾਰੋਗੇ ਤੇ ਜੇ ਤਾਂ ਹੋਇਆ ਵਿਸ਼ਵਾਸੀ ਤੇ ਉਸ ਡਾਂਟ ਦੇ ਸਾਹਮਣੇ ਆਪਦੇ ਆਪ ਨੂੰ ਨੀਵਾਂ ਕਰ ਲਵੇਗਾ। ਉਸ ਡਾਂਟ ਦੇ ਸਾਹਮਣੇ ਆਪਦੇ ਆਪ ਨੂੰ ਝੁਕਾ ਲਵੇਗਾ। ਜੇ ਤਾਂ ਉਹੀ ਭੇਡ ਫਿਰ ਨੀਵਾਂ ਕਰ ਲਵੇਗਾ। ਜੇ ਉਹ ਲੇਲਾ ਤੇ ਉਹ ਆਪਣੇ ਆਪ ਨੂੰ ਨਰਮ ਕਰ ਲਵੇਗਾ। ਜਿੱਦਾਂ ਭੇਡ ਨਹੀਂ, ਜਦੋਂ ਉਹਦੇ ਉੱਨ ਆ ਜਾਵੇ ਤੇ ਉਹ ਜਦੋਂ ਕੈਂਚੀ ਲੈ ਕੇ ਆਉਂਦਾ ਆ ਤੇ ਉਹ ਐਨ ਨਮਰ ਹੋ ਗਈ, ਉਹਦੇ ਗੋਡਿਆਂ 'ਚ ਸਿਰ ਦੇ ਲੈਂਦੀ। ਅੱਜ ਲਾਹ ਦੇ, ਜਿੰਨੀ ਉਹਨੂੰ ਵੀ ਲਾਈ ਜਾਂਦੀ ਨਾ ਤੇਰੇ ਤੋਂ ਲਾਹ ਦੇ। ਪਰ ਜੇ ਹੋਇਆ ਨਾ ਭੇਡੂ, ਉਹ ਪਿਛਾ ਹੁੰਦਾ, ਪਹਿਲਾਂ ਪਿਛਾ ਨੂੰ ਜਾਂਦਾ ਹਨਾ, ਤੇ ਲੱਗਦਾ ਆ ਵੀ ਜਿਵੇਂ ਉਹਨੇ ਕੁਛ ਕਰੇਗਾ ਹਨਾ, ਫਿਰ ਆਉਂਦਾ ਤੇ ਸਿੱਧਾ ਹੀ ਆ ਕੇ ਟੱਕਰ ਮਾਰਦਾ ਹੈ। ਉਹ ਵਿਖਾਉਂਦਾ ਆ ਵੀ ਮੇਰੇ ਕੋਲ ਵੀ ਸਿੰਘ ਹੈਗੇ ਆ ਹਨਾ। ਦੋਵਾਂ ਦੇ ਜਿੱਦਾਂ ਤਜਰਬੇ ਦੇਖੇ ਜਾਂਦੇ ਜੇ ਸੱਚੇ ਹੈ ਕੀ ਚੀਜ਼ ਹੈ। ਪਰ ਭਾਈ ਬ੍ਰੈਨਮ ਨੇ ਕਿਹਾ ਵੀ ਉਹਨੂੰ ਡਾਂਟ ਕੇ ਦੇਖੋ, ਉਹਨੂੰ ਏਦਾਂ ਝਿੜਕ ਕੇ ਦੇਖੋ ਖੜਦਾ ਕਿ ਨਹੀਂ ਖੜਦਾ। ਕਾਇਨ ਨੇ ਏਦਾਂ ਕੀਤਾ, ਜਿੱਦਾਂ ਹੀ ਡਾਂਟ ਆਈ ਭੱਜ ਗਿਆ, ਨਿਕਲ ਗਿਆ, ਭੰਗੋੜਾ ਤੇ ਭੌਂਦੂ ਕਰਕੇ ਸੱਦਿਆ ਗਿਆ। ਸੱਚ ਹੈ। ਔਰ ਇੱਥੋਂ ਤੱਕ ਕਿ ਉਹਨੇ ਕਿਹਾ ਬਸ ਮੈਂ ਨਿਬੇੜ ਲਿਆ ਕੰਮ, ਉਹਨੂੰ ਮਾਰਤਾ, ਬਸ ਕੰਮ ਹੋ ਗਿਆ ਆ। ਪਰ ਨਹੀਂ, ਪ੍ਰਭੂ ਨੇ ਰਚਨਹਾਰ ਆਇਆ, ਉਹ ਰਚਨਾ ਕਰਦਾ ਗਿਆ। ਉਹਨੇ ਸੇਤ ਲੈ ਆਂਦਾ, ਉਹਨੇ ਹਨੋਕ ਲੈ ਆਂਦਾ, ਉਹਨੇ ਅਬਰਾਹਮ ਨੂੰ ਲੈ ਆਂਦਾ, ਇਸਾਕ ਆ ਗਿਆ, ਯਾਕੂਬ, ਸਾਰੀ ਧਰਤੀ ਨੂੰ ਭਰਤਾ ਆਪਣੇ ਪੱਤਾਂ। ਤਾਂ ਨੇ ਸੋਚਿਆ ਕਿ ਮੈਂ ਸ਼ਾਇਦ ਕੰਮ ਖਤਮ ਕਰ ਲਿਆ ਹੈ। ਤਾਂ ਨੇ ਸੋਚਿਆ ਬਸ ਕੰਮ ਖਤਮ ਹੋ ਗਿਆ, ਹੁਣ ਤਾਂ ਮੈਂ ਹੀ ਪਾਸਕ ਬਚ ਗਿਆ ਕੱਲਾ। ਮੈਂ ਤੋਂ ਬਿਨਾ ਕੌਣ ਢੋਲਕ ਵਜਾਏਗਾ, ਮੈਂ ਤੋਂ ਬਿਨਾ ਕੌਣ ਗੀਤ ਗਾਏਗਾ, ਮੈਂ ਤੋਂ ਬਿਨਾ ਕਿਹੜਾ ਆ ਜਿਹੜੇ ਇੰਨੀ ਮਿਹਨਤ ਕਰ ਸਕਦਾ ਆ। ਪ੍ਰਭੂ ਨੂੰ ਤਾਂ ਹੁਣ ਮੈਨੂੰ ਲੈਣਾ ਹੀ ਪੈਣਾ ਆ। ਕਦੇ ਨਾ ਸੋਚਿਓ ਸੱਚ ਪ੍ਰਭੂ ਕੋਲ ਵਾਧੂ ਪਾ ਸਕਿਆ। ਵਿਸ਼ਵਾਸੀ ਕੱਲੇ ਤੁਸੀਂ ਨਹੀਂ ਗਏ, ਬੜੇ ਵਿਸ਼ਵਾਸੀ ਉਹਦੇ ਕੋਲ। ਉਹ ਰਚਨਹਾਰ ਆ, ਰਚਨਾ ਕਰਦਾ ਰਹਿੰਦਾ ਆ। ਹਾਲੇਲੂਇਆ। ਹੁਣ ਸੰਗਤੀ ਕੱਲੀ ਆਹੀ ਨਹੀਂ ਕਿ ਬਸ ਚਰਚਾ ਆ ਗਏ, ਬਸ ਠੀਕ ਆ, ਦਾਨ ਦੇਤਾ, ਬਸ ਠੀਕ ਆ, ਹਾਂ ਬੱਚੇ ਪਾਸ ਹੋ ਗਏ, ਡੱਬਾ ਆ ਗਿਆ ਜੀ, ਬਸ ਠੀਕ ਆ ਜੀ। ਸੰਗਤੀ ਇਹ ਨਹੀਂ ਗੀ,
ਇਦਾਂ ਦੀ ਸੰਗਤੀ ਪ੍ਰਭੂ ਪਸੰਦ ਨਹੀਂ ਕਰਦਾ ਜੀ। ਸੰਗਤੀ ਆਇਆ ਕਿ ਵਚਨ ਹੋ ਰਿਹਾ ਆ ਔਰ ਮੇਰੇ ਲਈ ਹੋ ਰਿਹਾ ਆ। ਅੱਜ ਮੈਂ ਇਸ ਵਚਨ ਨਾਲ ਪੂਰੀ ਤਰ੍ਹਾਂ ਨਾਲ ਸੁਧਾਰਿਆ ਜਾਣਾ ਆ। ਇਹ ਚੀਜ਼ ਨੂੰ ਅੱਜ ਮੈਂ ਪੂਰੇ ਤਰੀਕੇ ਦੇ ਨਾਲ ਮੰਨ ਲੈਣਾ ਆ। ਹਾਲੇਲੂਇਆ। ਕਿਉਂਕਿ ਇਹ ਕਾਇਨ ਦੇ ਲਈ ਨਹੀਂ, ਇਹ ਹਾਬਲ ਦੇ ਲਈ ਹੋ ਰਿਹਾ ਆ। ਹਾਬਲ ਨੇ ਪੂਰਾ ਇਸ ਤਰੀਕੇ ਦੇ ਨਾਲ ਮੰਨ ਲੈਣਾ ਆ। ਹਾਲੇਲੂਇਆ। ਔਰ ਦੱਸਿਆ ਜਾਂਦਾ ਆ ਕਿ ਅਸਲ ਦੇ ਵਿੱਚ ਜੇਕਰ ਅਮਲ ਹੀ ਨਹੀਂ ਕੀਤਾ ਤਾਂ ਫਿਰ ਕੀ ਫਾਇਦਾ ਹੈ ਗੀਤ ਗਾਉਣ ਦਾ, ਕੀ ਫਾਇਦਾ ਹੈ ਉਹਨਾਂ ਸਭ ਚੀਜ਼ਾਂ ਨੂੰ ਕਰਨ ਦਾ। ਹਾਲੇਲੂਇਆ। ਸਾਡੀ ਸਾਰੀ ਮਿਹਨਤ ਵਿਅਰਥ ਹੋ ਜਾਏਗੀ। ਪ੍ਰਭੂ ਰਿਜੈਕਟ ਕਰ ਦੇਵੇਗਾ। ਆ ਗਰਮੀ ਦੇ ਵਿੱਚ ਬੈਠਾ ਸਾਡਾ ਰਿਜੈਕਟ ਹੋ ਜਾਏਗਾ। ਰੈਪਚਰ ਆਏਗਾ। ਜਿਨ੍ਹਾਂ ਭੈਣ ਭਰਾ ਨੇ ਰੈਪਚਰ ਜਾਣਾ ਚਲੇ ਜਾਣਗੇ ਜੀ, ਤੁਸੀਂ ਰਿਜੈਕਟ ਕਰ ਦਿੱਤੇ ਜਾਓਗੇ। ਕਿਹਨਾਂ ਨੂੰ ਗੱਲ ਸਮਝ ਆਈ? ਮਿਹਨਤਾਂ ਤੋਂ ਆਰਾਮ ਮਿਲੇਗਾ। ਅਗਰ ਮਿਹਨਤ ਸਾਡੀ ਵਚਨ ਦੇ ਮੁਤਾਬਕ ਆ ਫੇਰ ਆ ਫਲ, ਔਰ ਅਗਰ ਵਚਨ ਤੋਂ ਬਾਹਰ ਆ ਤੇ ਉਹ ਸਾਰੀ ਮਿਹਨਤ ਸਾਡੀ ਵਿਅਰਥ ਆ। ਹਾਲੇਲੂਇਆ। ਹਾਲੇਲੂਇਆ। ਹੁਣ ਇਹ ਜਗ੍ਹਾ ਤੁਸੀਂ ਇੱਕ ਗੱਲ ਦੇਖੀ, ਹਾਬਲ ਨੇ ਕਦੀ ਉਹਦੇ ਨਾਲ ਈਰਖਾ ਨਹੀਂ ਕੀਤੀ। ਹਾਬਲ ਦੇ ਅੰਦਰ ਜਿਹੜਾ ਗੁਣ ਆ ਉਹਨੂੰ ਭਰਾ ਸਮਝਦਾ ਹੈ। ਉਹਨੂੰ ਨਬੀ ਨੇ ਕਿਹਾ ਕਿ ਉਹਨੂੰ ਆਪਣਾ ਸੱਚਾ ਭਾਈ ਸਮਝਦਾ ਹੈ। ਸਹੀ ਤਰੀਕੇ ਦੇ ਨਾਲ ਅੰਦਰ ਰਹਿਣਾ ਚਾਹੁੰਦਾ ਹੈ। ਸਦਾ ਉਹਨੂੰ ਆਪਣੇ ਤੋਂ ਉੱਤਮ ਜਾਣ ਕੇ ਰਹਿਣਾ ਚਾਹੁੰਦਾ ਹੈ। ਤੇ ਬਾਈਬਲ ਨੇ ਕਿਹਾ ਕਿ ਤੁਸੀਂ ਆਪਣਿਆਂ ਤੋਂ ਦੂਸਰੇ ਨੂੰ ਉੱਤਮ ਜਾਣੋ। ਹੁਣ ਵਿਰੋਧਤਾ ਕਿਹਨੇ ਕੀਤੀ ਹੈ? ਹਾਬਲ ਨੇ ਨਹੀਂ ਕੀਤੀ। ਕਾਇਨ ਨੇ ਕੀਤੀ ਹੈ। ਕਾਇਨ ਕੁਛ ਉੱਚਾ ਕਰਨਾ ਚਾਹੁੰਦਾ ਹੈ। ਕਾਇਨ ਕੁਛ ਵੱਧ ਕੇ ਕਰਨਾ ਚਾਹੁੰਦਾ ਹੈ। ਕਾਇਨ ਕੁਛ ਵਧੀਆ ਕਰਨਾ ਚਾਹੁੰਦਾ ਹੈ। ਕਰਨਾ ਵੀ ਚਾਹੀਦਾ ਹੈ, ਪਰ ਵਚਨ ਤੋਂ ਅਲੱਗ ਜਾ ਕੇ ਰਿਜੈਕਟ ਹੋ ਜਾਣਾ ਹੈ। ਆਹੀ ਤਾਂ ਕੰਮ ਹੋਇਆ। ਹੁਣ ਸ਼ੈਤਾਨ ਨੇ ਉੱਥੇ ਕੀ ਕੀਤਾ? ਈਰਖਾ ਦੇ ਨਾਲ ਉਹ ਵੀ ਭਰਿਆ। ਉਹਨੇ ਦੇਖਿਆ ਕਿ ਮੈਥੋਂ ਵੀ ਜ਼ਿਆਦਾ ਕੋਈ, ਕਿਹਨਾਂ ਨੂੰ ਪਤਾ ਆਪਾਂ ਇੱਥੇ ਸਮਝਾਇਆ ਸੀਗਾ ਵੀ ਅਸਲ ਦੇ ਵਿੱਚ ਕੀ ਕਾਰਨ ਸੀਗਾ ਉਹਦੀ ਈਰਖਾ ਕਰਨ ਦਾ? ਕਿਹਨਾਂ ਨੂੰ ਯਾਦ ਆ? ਕਿ ਉਹ ਕਿਹੜੇ ਤਾਰਿਆਂ ਤੋਂ ਉੱਚਾ ਸਿੰਘਾਸਨ ਬਣਾਉਣਾ ਚਾਹੁੰਦਾ ਸੀ? ਆਪਣੇ ਹੈ ਦੁਲਹਨ ਤੋਂ ਉੱਚਾ ਬਣਾਉਣਾ ਚਾਹੁੰਦਾ। ਹਾਂ, ਉਹ ਤਾਰੇ ਕੌਣ ਹੈ? ਜਿੱਦਾਂ ਸਰੋਈ ਗੀਤ ਗਾ ਰਹੀ ਸੀ, ਤਾਰਿਆਂ ਤੋਂ ਪਾਰ ਵੀ ਹੈ ਜ਼ਿੰਦਗੀ, ਤਾਰਿਆਂ ਤੋਂ ਪਾਰ ਵੀ ਕੁਝ ਤਾਰੇ ਨੇ। ਵੀ ਅਸਲ ਚ ਪ੍ਰਭੂ ਨੇ ਕਰੂਬੀਆਂ ਦੇ ਤੇ ਆਪ ਦੇ ਵਿਚਾਲੇ ਕੁਝ ਤਾਰਿਆਂ ਨੂੰ ਬਣਾਇਆ। ਔਰ ਉਹ ਤਾਰੇ ਮੈਂ ਤੇ ਤੁਸੀਂ ਸਾਡੀਆਂ ਥੋਫੈਨੀਆਂ ਨੂੰ ਬਣਾਇਆ। ਉਹਨੇ ਦੇਖਿਆ ਕਿ ਮੈਥੋਂ ਵੀ ਵੱਧ ਕੇ ਕੋਈ ਚੀਜ਼ ਹੈ, ਔਰ ਉਹਨੂੰ ਲੱਗਾ ਕਿ ਮੈਂ ਅਨੰਤ ਬਣਾਇਆ ਗਿਆ ਹੈ। ਔਰ ਇਹ ਭੁਲੇਖਾ ਕਈਆਂ ਦੂਤਾਂ ਨੂੰ ਸੀਗਾ ਕਿ ਕੁਝ ਅਨੰਤ ਬਣਾਏ ਗਏ, ਦੂਤ ਅਨੰਤ ਬਣਾਏ ਗਏ। ਔਰ ਇਸ ਲਈ ਉਹਨੇ ਕਿਹਾ ਕਿ ਹੈ ਮੈਂ ਤੂੰ ਵੱਧ ਗਿਆ ਕੋਈ, ਮੈਂ ਇਹਦੇ ਤੋਂ ਅੱਗੇ ਜਾਵਾਂਗਾ। ਈਰਖਾ ਕਰਕੇ ਮੈਂ ਇਹਦੇ ਤੋਂ ਵੱਧ ਕਰਾਂਗਾ। ਆਪਣੇ ਸਥਾਨ ਨੂੰ ਛੱਡਤਾ, ਆਪਣੀ ਜਗ੍ਹਾ ਨੂੰ ਭੁੱਲ ਗਿਆ ਕਿ ਮੈਂ ਕਿਸ ਜਗ੍ਹਾ ਦੇ ਲਈ ਬਣਾਇਆ ਗਿਆ ਹੈ। ਏਦਾਂ ਹੀ ਹੁੰਦਾ ਹੈ। ਜ਼ਿਆਦਾਤਰ ਅਸੀਂ ਦੇਖਦੇ ਬੰਦੇ ਸੰਗਤਾਂ ਚੋਂ ਹਟ ਜਾਂਦੇ ਝਿੜਕ ਦੇ ਕਾਰਨ, ਸੰਗਤੀ ਚ ਭੱਜ ਜਾਂਦੇ ਆ। ਜਾ ਕੇ ਹੁਣ ਪਾਸਟਰ ਨੂੰ ਨੀਵਾਂ ਦਿਖਾਉਣਾ ਹੈ। ਨਬੀ ਨੇ ਕਿਹਾ ਕਿ ਜਦੋਂ ਭਾਈ ਰੋਸ਼ਨ ਨੇ ਵੀ ਇਹਨਾਂ ਗੱਲਾਂ ਛੇੜਿਆ ਕਿ ਉਹ ਬੰਦਾ ਹਟ ਗਿਆ ਚਰਚਾਉਣੋਂ, ਕੰਮ ਖਤਮ ਨਹੀਂ ਹੋਇਆ। ਕੰਮ ਤਾਂ ਸ਼ੁਰੂ ਹੋ ਗਿਆ। ਕਹਿੰਦਾ ਕੰਮ ਸ਼ੁਰੂ ਹੋ ਗਿਆ। ਕਹਿੰਦਾ ਹੁਣ ਸਾਰੀ ਉਮਰ ਉਹ ਬੰਦਾ ਉਸ ਚਰਚ ਦੇ, ਜਿਸ ਚਰਚ ਚੋਂ ਨੇ ਬਪਤਿਸਮਾ ਲਿਆ, ਜਿਸ ਚਰਚ ਚੋਂ ਨੇ ਤੌਬਾ ਕੀਤੀ, ਉਸ ਚਰਚ ਦਾ ਵਿਸ਼ਵਾਸੀ ਸੀ, ਉਸ ਚਰਚ ਦੇ ਖਿਲਾਫ ਕੰਮ ਕਰਦਾ ਰਹੇਗਾ, ਉਹਦੇ ਵਿਰੋਧ ਕਰੇਗਾ। ਇਹੀ ਤਾਂ ਕੰਮ ਸ਼ੈਤਾਨ ਨੇ ਕੀਤਾ। ਸਵਰਗ ਚੋਂ ਉਹ ਲੱਤ ਮਾਰ ਕੇ ਸੁੱਟ ਦਿੱਤਾ ਗਿਆ ਈਰਖਾ ਦੇ ਕਾਰਨ, ਡਾਂਟ ਦੇ ਕਾਰਨ। ਔਰ ਜਿੱਦਾਂ ਹੀ ਬਾਹਰ ਕੱਢ ਦਿੱਤਾ ਗਿਆ, ਅੱਜ ਤੱਕ ਕੀ ਚੱਲ ਰਿਹਾ ਹੈ? ਉਸੇ ਹੀ ਚਰਚ ਦੇ ਵਿਰੋਧ ਆ। ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਅਗਰ ਸਮਝ ਆ ਰਹੀ ਹੈ ਤੁਸੀਂ ਹਾਲੇਲੂਇਆ ਆਮੀਨ ਕਹਿ ਸਕਦੇ ਹੋ। ਹਾਲੇਲੂਇਆ। ਸੁਸਤੀਆਂ ਨਾ ਬੈਠੋ ਜੀ। ਕੋਈ ਨਹੀਂ, ਭਾਵੇਂ ਗਰਮੀ ਹੈ, ਲਾਈਟ ਚਲੀ ਗਈ ਹੈ ਨਾ ਜੀ, ਔਰ ਕੋਈ ਨਹੀਂ, ਆਪਾਂ ਥੋੜੀ ਦੇਰ ਹੋਰ ਅੱਗੇ ਜਾਣਾ ਹੈ। ਆਮੀਨ। ਹਾਲੇਲੂਇਆ। ਆਪਾਂ ਇਸ ਗੱਲ ਤੇ ਆਉਣਾ ਹੈ। ਵੇਖੋ ਸ਼ੈਤਾਨ ਅੱਜ ਤੱਕ ਉਸੇ ਹੀ ਚਰਚ ਦੇ ਖਿਲਾਫ ਆ ਜੀ। ਔਰ ਉਹ ਜਦ ਉਸ ਜਗ੍ਹਾ ਤੋਂ ਨਿਕਲਿਆ, ਚਰਚ ਚੋਂ ਨਿਕਲ ਗਿਆ, ਕੰਮ ਖਤਮ ਨਹੀਂ ਹੋਇਆ।
ਕੰਮ ਸ਼ੁਰੂ ਹੋ ਗਿਆ। ਹੁਣ ਉਹ ਸਾਰੀ ਜਦ ਤੱਕ ਉਹ ਨਰਕ 'ਚ ਸੁੱਟ ਨਹੀਂ ਦਿੱਤਾ ਜਾਂਦਾ ਉੱਥੇ ਹੀ ਖਿਲਾਫ ਆ। ਉਹਨਾਂ ਹੀ ਦੂਤਾਂ ਦੇ ਖਿਲਾਫ ਆ, ਉਹਨਾਂ ਹੀ ਲੋਕਾਂ ਦੇ ਖਿਲਾਫ ਆ, ਔਰ ਉਹਨੇ ਐਦਾਂ ਦਾ ਹੀ ਬਣਿਆ ਰਹਿਣਾ ਹੈ। ਕੰਮ ਖਤਮ ਨਹੀਂ ਹੁੰਦਾ। ਇਹ ਵਚਨ ਦਾ ਰਸ ਆ। ਵੇਖੋ ਸੱਚਾਈ ਆ। ਔਰ ਅੱਜ ਵੀ ਦੁਨੀਆ 'ਚ ਐਦਾਂ ਹੀ ਚੱਲਦਾ ਹੈ। ਕੋਈ ਭੈਣ ਭਰਾ ਅਗਰ ਝਿੜਕ ਤੋਂ ਡਾਂਟ ਤੋਂ ਭੱਜ ਜਾਂਦਾ ਆ, ਕੰਮ ਖਤਮ ਨਹੀਂ ਹੁੰਦਾ, ਕੰਮ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਪਾਸਟਰ ਨੂੰ ਨੀਵਾਂ ਦਿਖਾਏਗਾ। ਫਿਰ ਉਹਨੂੰ ਪਾਸਟਰ ਦਾ ਮਸਾ ਨਹੀਂ ਦਿਸਦਾ। ਉਹਨੂੰ ਇਹ ਨਹੀਂ ਦਿਸਦਾ ਵੀ ਹਾਬਲ ਦੀ ਕੁਰਬਾਨੀ ਤਾਂ ਗ੍ਰਹਿਣ ਹੋ ਗਈ, ਹਾਬਲ ਤਾਂ ਵੱਧ ਰਿਹਾ ਆ, ਹਾਬਲ ਤਾਂ ਏਦਾਂ ਦਾ ਪ੍ਰਭੂ ਦਾ ਕੰਮ ਕਰ ਰਿਹਾ ਆ। ਇਹ ਨਹੀਂ ਦਿਸਣਾ ਉਹਨੂੰ। ਉਹਨੂੰ ਇਹ ਦਿਸਣਾ ਮੈਂ ਰਿਜੈਕਟ ਹੋ ਗਿਆ ਆ ਕਿ ਹਾਂ ਇਹ ਕੌਗਾਰ ਵੱਧ ਰਿਹਾ ਹੈ ਈਰਖਾ ਦੇ ਨਾਲ। ਔਰ ਬਾਈਬਲ ਬਿਆਨ ਕਰਦੀ ਆ, ਉਹ ਅਸੀਂ ਕਵਾਲਾ ਪੜ੍ਹਦੇ ਆ। ਹਾਲੇਲੂਇਆ। ਯਾਕੂਬ ਦੀ ਪੱਤਰੀ 3 ਅਧਿਆਏ, ਯਾਕੂਬ ਦੀ ਪੱਤਰੀ ਉਹਦਾ 3 ਅਧਿਆਏ। ਉਹਦੀ 13 ਤੋਂ 18 ਤੱਕ ਪੜ੍ਹਦੇ ਆ। ਸਭ ਧਿਆਨ ਦਿਓ, ਸਭਨਾਂ ਦਾ ਧਿਆਨ ਚਾਹੁੰਦੇ ਆ। ਇੱਥੇ ਲਿਖਿਆ, ਤੁਹਾਡੇ ਵਿੱਚ ਬੁੱਧਵਾਨ ਤੇ ਸਿਆਣਾ ਕਿਹੜਾ ਹੈ? ਉਹ ਸ਼ੁਭ ਚਾਲ ਤੋਂ ਬੁੱਧ ਦੀ ਨਿਰਮਾਈ ਨਾਲ ਆਪਣੇ ਕਰਮ ਵਿਖਾਵੇ। ਉਹ ਕੀ ਕਰੇ? ਨਿਰਮਾਈ ਨਾਲ ਆਪਣੇ ਸ਼ੁਭ ਆਦੇ ਚੱਲਣ ਨੂੰ, ਬਿਲਕੁਲ ਸ਼ੁੱਧ ਰੱਖਿਆ ਆਦੇ ਚੱਲਣ ਨੂੰ। ਜਿਹੜੀ ਉਹਦੇ ਕੋਲ ਬੁੱਧ ਆ ਨਾ, ਉਸ ਬੁੱਧ ਦੀ ਨਿਰਮਾਈ ਦੇ ਨਾਲ ਕਹਿੰਦਾ ਵੀ ਆਪਣੇ ਆਪ ਨੂੰ ਕੀ ਕਰੇ? ਆਪਦੇ ਕੰਮਾਂ ਨੂੰ ਵਿਖਾਵੇ। ਨਰਮਾਈ ਦੇ ਨਾਲ ਆਪਦੇ ਕੰਮਾਂ ਨੂੰ ਵਿਖਾਵੇ, ਸਖਤਾਈ ਦੇ ਨਾਲ ਨਹੀਂ। ਹਾਲੇਲੂਇਆ। ਅਗਲੀ ਗੱਲ, ਪਰ ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ ਅਤੇ ਧੜੇਬਾਜ਼ੀ ਕਰਦੇ ਹੋ ਤਾਂ ਸੱਚਾਈ ਦੇ ਵਿਰੁੱਧ ਨਾ ਘਮੰਡ ਕਰੋ, ਨਾ ਝੂਠ ਮਾਰੋ। ਬੰਦਾ ਕਦੇ ਝੂਠ ਮਾਰਨ ਦੇ ਲਈ ਨਹੀਂ ਬਣਾਇਆ ਗਿਆ। ਝੂਠ ਸਦਾ ਸ਼ੈਤਾਨ ਦੇ ਲੋਕ ਮਾਰਦੇ ਆ। ਉਹ ਰਾਤ ਵੀ ਸਾਡੀ ਭਾਈ ਨਾਲ ਗੱਲ ਹੋ ਰਹੀ ਸੀ ਕਿ ਝੂਠ ਕਦੇ ਵਿਸ਼ਵਾਸੀ ਦੇ ਲਈ ਨਹੀਂ ਬਣਿਆ। ਸੱਚ ਆਮੇਨ। ਉਹ ਸ਼ੈਤਾਨ ਦੇ ਲੋਕਾਂ ਦੇ ਲਈ ਬਣਿਆ ਝੂਠ। ਉਹ ਲਿਖਿਆ ਆ ਵੀ ਝੂਠ ਸਦਾ ਸ਼ੈਤਾਨ ਦੇ ਵੱਲੋਂ ਨਿਕਲਿਆ ਹੈ। ਪ੍ਰਭੂ ਨੇ ਕਦੇ ਝੂਠ ਨਹੀਂ ਬਣਾਇਆ। ਪ੍ਰਭੂ ਨੇ ਸੱਚਾਈ ਬਣਾਈ ਆ। ਉਹਨੇ ਸੱਚਾ ਬਣਾਇਆ ਬੰਦੇ ਨੂੰ। ਆਮੇਨ। ਝੂਠ ਬੋਲਣ ਦੇ ਲਈ ਨਹੀਂ ਬਣਾਇਆ ਬੰਦੇ ਨੂੰ। ਹਾਲੇਲੂਇਆ। ਕਿੰਨਾਂ ਨੂੰ ਗੱਲ ਸਮਝ ਆਈ? ਆਮੇਨ। ਜਦੋਂ ਕਾਇਨ ਨੂੰ ਪੁੱਛਿਆ ਨਾ, ਤੇਰਾ ਭਰਾ ਕਿੱਥੇ ਆ? ਕਹਿੰਦਾ ਮੈਨੂੰ ਕੀ ਪਤਾ, ਮੈਂ ਅੰਦਰ ਆਇਆ। ਹਾਲੇਲੂਇਆ। ਉਹਨੇ ਝੂਠ ਮਾਰਿਆ। ਔਰ ਨਬੀ ਨੇ ਕਿਹਾ ਕਿ ਜਿਹੜੀ ਤਾਰਿਆਂ ਨੂੰ ਉਹਨੇ ਆਪਣੀ ਪੁੱਛ ਦੇ ਨਾਲ ਲਪੇਟਿਆ, ਉਸ ਅਜਗਰ ਨੇ ਪ੍ਰਕਾਸ਼ ਦੀ ਪੁੱਤ ਚ ਮਿਲਦਾ। ਆਮੇਨ। ਹਨਾ? ਪੁੱਛ ਦੇ ਨਾਲ ਜਦੋਂ ਤਾਰਿਆਂ ਦੀ ਇੱਕ ਤਿਹਾਈ ਨੂੰ ਲਪੇਟ ਕੇ ਧਰਤੀ ਦੇ ਉੱਤੇ ਮਾਰਿਆ, ਉਹ ਦੂਤ ਸੀਗੇ। ਔਰ ਪੂਛ ਕੀ ਸੀਗੀ? ਤੇਲ ਕਹਾਣੀ। ਨਬੀ ਨੇ ਕਿਹਾ ਪੂਛ ਝੂਠ ਸੀਗਾ। ਆਮੇਨ। ਜਿਹੜਾ ਉਹਨੇ ਝੂਠ ਲੋਕਾਂ ਦੇ ਵਿੱਚ ਵੰਡਿਆ, ਔਰ ਇਸ ਕਦਰ ਵੰਡਿਆ ਕਿ ਲੋਕ ਉਹਦੇ ਕਾਬੂ ਆ ਗਏ। ਲੋਕ ਉਹਦੇ ਝੂਠ ਦੇ ਵਿੱਚ ਆ ਗਏ। ਔਰ ਉਸ ਝੂਠ ਨੇ ਇਸ ਕੰਮ ਕੀਤਾ ਕਿ ਉਹ ਜਿਹੜੇ ਦੂਤ ਸੀਗੇ, ਉਪਾਸਕ ਸੀਗੇ, ਉਹਨਾਂ ਦਾ ਜਿੰਨਾ ਵਰਦਾਨ ਸੀਗਾ ਜਿਹੜਾ ਕਦੇ ਪਰਮੇਸ਼ਰ ਦੇ ਲਈ ਵਰਤਦੇ, ਹੁਣ ਸ਼ੈਤਾਨ ਦੇ ਲਈ ਵਰਤਣਗੇ। ਹੁਣ ਆਪਦੇ ਗੁਣਾਂ ਦਾ ਪ੍ਰਚਾਰ ਸ਼ੈਤਾਨ ਦੀ ਮਹਿਮਾ ਵਡਿਆਈ ਦੇ ਲਈ ਕਰਨਗੇ, ਔਰ ਉਹਦੇ ਵਿਰੁੱਧ, ਪਰਮੇਸ਼ਰ ਦੇ ਵਿਰੁੱਧ। ਕਿੰਨਾਂ ਨੂੰ ਗੱਲ ਸਮਝ ਆਈ? ਬੰਦਾ ਕਦੇ ਝੂਠ ਦੇ ਲਈ ਨਹੀਂ ਬਣਾਇਆ ਗਿਆ, ਉਹ ਸੱਚ ਬੋਲਣ ਦੇ ਲਈ ਬਣਾਇਆ ਗਿਆ ਹੈ। ਔਰ ਕਹਿੰਦੇ ਕਿ ਇਹ ਆਪਣੇ ਪਿਓ ਸ਼ੈਤਾਨ ਤੋਂ ਹਨ, ਜਿਹੜੇ ਝੂਠ ਬੋਲਦੇ ਆ। ਉਹ ਝੂਠ ਕੋਈ ਵੀ ਹੋ ਸਕਦਾ ਹੈ। ਝੂਠ ਕੋਈ ਵੀ ਹੋ ਸਕਦਾ ਹੈ। ਮੰਨ ਲਓ ਕਈ ਵਾਰੀ ਸਾਨੂੰ ਪ੍ਰਚਾਰ ਯਾਦ ਨਹੀਂ ਹੁੰਦਾ, ਤਾਂ ਵੀ ਕਹਿੰਦੇ ਯਾਦ ਆ, ਪਰ ਝੂਠ ਹੁੰਦਾ ਹੈ। ਸੱਚ ਆਮੇਨ। ਦੁਆ ਕੀਤੀ ਨਹੀਂ ਹੁੰਦੀ, ਕਹਿੰਦੇ ਕੀਤੀ ਆ। ਰੋਜ਼ਾ ਰੱਖਿਆ ਨਹੀਂ ਹੁੰਦਾ, ਕਹਿੰਦੇ ਰੱਖਿਆ ਹੈ। ਹੈਨਾ? ਫਿਰ ਕੋਈ ਗੱਲ ਐਦਾਂ ਦੀਆਂ ਜਿਵੇਂ ਵਚਨ ਮੰਨਦੇ ਨਹੀਂ, ਕਹਿਣਗੇ ਮੈਂ ਵਚਨ ਮੰਨਦਾ। ਵਿਸ਼ਵਾਸੀ ਹੁੰਦੇ ਨਹੀਂ ਤੇ ਕਹਿਣਗੇ ਮੈਂ ਵਿਸ਼ਵਾਸੀ ਹਾਂ।
ਵਿਸ਼ਵਾਸੀ ਹੈਗੇ ਨਹੀਂ। ਕਿਹੜੇ ਗੱਲ ਦੇ ਵਿਸ਼ਵਾਸੀ ਤੁਸੀਂ? ਝੂਠ ਮਾਰਦੇ ਆ, ਆਪਣੀਆਂ ਕਮੀਆਂ ਨੂੰ, ਆਪਣੀਆਂ ਗਲਤ ਆਦਤਾਂ ਨੂੰ ਲੁਕਾਉਂਦੇ ਆ। ਕਿਉਂ ਲੁਕਾਉਂਦੇ ਭਲਾ? ਨਬੀ ਨੇ ਕਿਹਾ ਜਦੋਂ ਚੀਜ਼ ਨੂੰ ਲੁਕਾਉਂਦੇ ਆ ਨਾ, ਆਪਣੀ ਗਲਤੀ ਨੂੰ ਲੁਕਾਉਂਦੇ ਆ। ਭਾਈ ਬ੍ਰੈਨਨ ਨੇ ਕਿਹਾ, ਕਹਿੰਦਾ ਜਦੋਂ ਗਲਤੀ ਨੂੰ ਲੁਕਾਇਆ ਜਾਂਦਾ ਹੈ ਤਾਂ ਸਮਝ ਲਓ ਵੀ ਐਡੀ ਕਿ ਗਲਤੀ ਨਾਲ ਉਹਦਾ ਢਿੱਡ ਨਹੀਂ ਭਰਿਆ। ਸਿੱਧੀ ਪੰਜਾਬੀ ਦੀ ਗੱਲ। ਉਸ ਤੋਂ ਵੀ ਵੱਡੀ ਗਲਤੀ ਨੂੰ ਕਿਤੇ ਅੰਜਾਮ ਦੇਣਾ ਚਾਹੁੰਦੇ ਆ। ਇੰਨੇ ਕੁ ਦਿਨਾਂ ਗੁਜ਼ਾਰਾ ਨਹੀਂ, ਇੰਨੇ ਕੁ ਦਿਨਾਂ ਪਛਤਾਪ ਨਹੀਂ ਕਰਨਾ ਚਾਹੁੰਦੇ। ਛੋਟੀ ਜਿਹੀ ਗਲਤੀ ਨਾਲ ਪਛਤਾਪ ਨਹੀਂ, ਤੌਬਾ ਨਹੀਂ ਕਰਨਾ ਚਾਹੁੰਦੇ। ਜਦੋਂ ਕਦੇ ਵੱਡੀ ਹੋਵੇਗੀ ਨਾ, ਜਦੋਂ ਕਦੇ ਵੱਡੇ ਚਿੱਟੇ ਚੁੱਟੇ ਦੇ ਕੇਸ 'ਚ ਫੜੇ ਜਾਵਾਂਗੇ, ਫੇਰ ਮੰਨਣਾ ਆ ਵੀ ਹਾਂਜੀ ਗਲਤੀ ਹੋ ਗਈ। ਕਿਹਨਾਂ ਨੂੰ ਗੱਲ ਸਮਝ ਆ ਰਹੀ? ਛੋਟੀ ਜੀ ਤੇ ਨਹੀਂ ਮੰਨ ਲੈਣਾ ਕਿ ਹਾਂ ਮੈਂ ਖਰਾਬ ਸੀਗਾ ਤੇ ਮੈਂ ਅੱਜ ਪਛਤਾਪ ਕਰਦਾ, ਮੈਂ ਪ੍ਰਭੂ ਭੋਜ ਲੈਣਾ ਆ, ਮੈਂ ਏਦਾਂ ਦਾ ਕਰਨਾ ਆ। ਪਰ ਪ੍ਰਭੂ ਭੋਜ ਵੀ ਲੈਣਗੇ ਸੱਚ। ਮੰਨਣਾ ਮਨਾਣਾ ਹੈ ਨਹੀਂ, ਇਕਰਾਰ ਕਰਨਗੇ ਝੂਠਾ ਇਕਰਾਰ ਕਰਨਗੇ। ਮੰਨਣਾ ਮਨਾਣਾ ਹੈ ਨਹੀਂ, ਪ੍ਰਭੂ ਭੋਜ ਵੀ ਲੈ ਲੈਣਾ ਹੈ ਝੂਠਾ, ਔਰ ਫਿਰ ਪ੍ਰਭੂ ਤੋਂ ਸਜ਼ਾ ਲੈਣੀ। ਇਸੇ ਲਈ ਕਹਿੰਦਾ ਵੀ ਨਾ ਕਮਾਂਡ ਕਰੋ ਨਾ ਝੂਠ ਮਾਰੋ। ਉਹ ਕਹਿੰਦਾ ਉਹ ਝੂਠ ਬੋਲਦਾ, ਉਹ ਆਪਣੇ ਪਿਓ ਸ਼ੈਤਾਨ ਤੋਂ ਆ, ਉਹ ਝੂਠਾ ਆ ਔਰ ਝੂਠਾਂ ਦਾ ਪਿਤਾ ਆ। ਝੂਠ ਦਾ ਪਿਓ ਕੌਣ ਆ? ਸ਼ੈਤਾਨ ਆ। ਔਰ ਜਿਹੜੇ ਬੰਦੇ ਝੂਠ ਬੋਲਦੇ ਆ ਉਹ ਆਪਣੇ ਪਿਓ ਸ਼ੈਤਾਨ ਤੋਂ ਆ। ਔਰ ਕਈ ਵਾਰੀ ਏਦਾਂ ਹੁੰਦਾ, ਕਈ ਵਾਰੀ ਪਤਾ ਕੀ ਹੁੰਦਾ ਵੀ ਮੰਨ ਲਓ ਵੀ ਮੈਂ ਗਲਤ ਆ ਨਾ, ਮੈਂ ਗਲਤ ਆ ਤੇ ਭਾਈ ਨੂੰ ਪਤਾ ਲੱਗ ਗਿਆ, ਭਾਈ ਨੂੰ ਪਤਾ ਲੱਗ ਗਿਆ ਵੀ ਮੈਂ ਗਲਤ ਆ, ਮੈਂ ਕਿਸੇ ਗੱਲ 'ਚ ਗੜਬੜ ਹੈ ਮੇਰੇ 'ਚ, ਤੇ ਭਾਈ ਨੇ ਕੀ ਕਰਨਾ ਆ? ਭਾਈ ਨੇ ਦੱਸਣਾ ਨਹੀਂਗਾ, ਭਾਈ ਨੇ ਦੱਸਣਾ ਨਹੀਂਗਾ ਵੀ ਭਾਈ ਜੀ ਤੁਸੀਂ ਗਲਤ ਜੇ, ਇਹ ਵੀ ਝੂਠ ਆ, ਇਹ ਵੀ ਗਲਤ ਗੱਲ ਹੈ। ਉਹਨੂੰ ਦੱਸੋ ਭਾਈ ਜੀ ਆਹ ਗਲਤ ਖਰਾਬੀ ਆਪਾਂ ਇਹਨੂੰ ਕੱਢੀਏ। ਤੁਸੀਂ ਮੇਰੇ 'ਚ ਦੱਸੋ, ਮੈਂ ਤੁਹਾਡੇ 'ਚ ਦੱਸਦਾ ਆ। ਸੱਚਾ ਮੈਂ ਕਿੰਨੀ ਵਧੀਆ ਗੱਲ ਹੈ, ਆਪਾਂ ਸਭ ਮਿਲ ਕੇ ਪ੍ਰਭੂ ਦੇ ਲਈ ਗਾਂ ਵੱਧਦੇ ਹਾਂ, ਹੈਨਾ। ਔਰ ਦੂਜਾ ਨੰਬਰ, ਮੰਨ ਲਓ ਕਿ ਜੇ ਕਿਤੇ ਹੋਏਗਾ ਹੁਣ ਮੈਂ ਗਲਤ ਆ ਤੇ ਭਾਈ ਨੇ ਕਿਤੇ ਪਾਸਟਰ ਸਾਹਿਬ ਨੂੰ ਦੱਸਦਾ ਨਾ, ਮੰਨ ਲਓ ਕਿ ਜਿੱਦਾਂ ਹੁਣ ਵਿੱਲੋ ਗਲਤ ਆ ਤੇ ਭਾਈ ਨੂੰ ਪਤਾ ਲੱਗ ਗਿਆ ਵੀ ਕਿਤੇ ਵਿੱਲੋ ਨੂੰ ਉਹਨੇ ਗਲਤ ਵੇਖ ਲਿਆ, ਭਾਈ ਭੋਲੇ ਨੇ, ਔਰ ਵਿੱਲੋ ਨੂੰ ਪਤਾ ਭਾਈ ਭੋਲੇ ਨੇ ਮੈਨੂੰ ਵੇਖਿਆ ਆ, ਔਰ ਗੱਲ ਸਿੱਧੀ ਪਾਸਟਰ ਸਾਹਿਬ ਤੱਕ ਪਹੁੰਚ ਗਈ। ਹੁਣ ਵਿੱਲੋ ਇਹਦੇ ਨਾਲ ਭਾਈ ਭੋਲੇ ਨਾਲ ਈਰਖਾ ਕਰੇ, ਹਾਲਾਂਕਿ ਗਲਤ ਆ, ਝੂਠਾ ਆ। ਹੁਣ ਕਹੇ ਵੀ ਮੈਂ ਭਾਈ ਜੀ ਠੀਕ ਹੈ ਚਰਚ ਆਵਾਂਗਾ, ਪਰ ਆ ਜਿਹੜਾ ਭਾਈ ਭੋਲਾ ਇਹਨੂੰ ਮੈਂ JMC ਦੀ ਨਹੀਂ ਬੁਲਾਉਣੀ, ਇਹ ਅੱਜ ਤੋਂ ਬਾਅਦ ਮੇਰਾ ਸਾਰੀ ਉਮਰ ਲਈ ਦੁਸ਼ਮਣ ਹੀ, ਇਹ ਮੇਰੀਆਂ ਗੱਲਾਂ ਗਾਂ ਪਹੁੰਚਾਉਂਦਾ ਆ, ਹੈਨਾ। ਇਹ ਕੀ ਚੀਜ਼ ਆ? ਹਾਂ ਇਹ ਜਦ ਤੱਕ ਚਰਚ ਰਿਹਾ ਮੈਂ ਨਹੀਂ ਚਰਚ ਵੜਦਾ ਜੇ, ਬੰਦਗੀ ਚਲਾ ਹਾਂ ਚਰਚ ਚ ਉੱਠ ਜਾਣਾ। ਕਿਹਨਾਂ ਨੂੰ ਗੱਲ ਸਮਝ ਆਈ? ਇਹ ਚੀਜ਼ਾਂ ਕੀ ਆ? ਇਹ ਸ਼ੈਤਾਨ ਆ ਜਿਹੜਾ ਕਈਆਂ ਵਿਸ਼ਵਾਸੀਆਂ ਦੇ ਮਗਰ ਚੜਿਆ ਬੈਠਾ ਹੈ, ਉਹਨਾਂ ਨੂੰ ਅਗਾਂਹ ਵਧਣ ਨਹੀਂ ਦਿੰਦਾ। ਹਾਲੇਲੂਇਆ। ਉਹ ਲਿਖਿਆ ਨਾ ਝੂਠ ਮਾਰੋ, ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉਤਰਦੀ ਹੈ, ਸਗੋਂ ਸੰਸਾਰਕ ਅਤੇ ਪ੍ਰਾਣਕ ਸ਼ੈਤਾਨੀ ਹੈ। ਏਦਾਂ ਲਿਖਿਆ ਹੈ, ਕਹਿੰਦਾ ਏਦਾਂ ਦਾ ਕੰਮ ਜਿਹੜਾ ਉਹ ਸ਼ੈਤਾਨੀ ਆ, ਇਹ ਗਲਤ ਆ। ਪਰ ਏਦਾਂ ਦੇ ਬੰਦੇ ਚਰਚ ਚ ਆ ਕੇ ਪ੍ਰਭੂ ਤੋਂ ਕੁਝ ਮੰਗਣਗੇ ਤੇ ਪ੍ਰਭੂ ਦੇਵੇਗਾ। ਏਦਾਂ ਦੇ ਬੰਦੇ ਅਗਰ ਪ੍ਰਭੂ ਦੇ ਸਾਹਮਣੇ ਆਪਣੇ ਘੁਟਨੇ ਟੇਕਣਗੇ ਕੀ ਹੋਏਗਾ? ਰਿਜ਼ਲਟ 0। ਕਿਹਨਾਂ ਨੂੰ ਗੱਲ ਸਮਝ ਆਈ? ਕਿਉਂਕਿ ਜਿੱਥੇ ਈਰਖਾ ਤੇ ਧੜੇ ਬਾਜੀ ਹੁੰਦੀ ਹੈ ਜੀ, ਉੱਥੇ ਕਮਸਾਨ ਅਤੇ ਹਰ ਭਾਂਤ ਦਾ ਮੰਦਾ ਕੰਮ ਹੁੰਦਾ ਹੈ ਜੀ। ਜਿੱਥੇ ਕਹਿੰਦਾ ਈਰਖਾ ਤੇ ਧੜੇਬਾਜ਼ੀ ਆ, ਉਹ ਜਗ੍ਹਾ ਤੇ ਪ੍ਰਭੂ ਦਾ ਆਤਮਾ ਕੰਮ ਨਹੀਂ ਕਰ ਸਕਦਾ।
ਕਿੰਨੇ ਨੂੰ ਗੱਲ ਸਮਝ ਆਈ? Amen. ਹਾਲੇਲੂਇਆ। ਪਰ ਜਿਹੜੀ ਬੁੱਧ ਉੱਪਰੋਂ ਦੀ ਆ ਉਹ ਤਾਂ ਪਹਿਲਾਂ ਹੀ ਪਵਿੱਤਰ ਆ, ਮਿਲਨਸਾਰ ਹੈ, ਸੀਲ ਸੁਭਾਅ ਹੈ, ਹੱਥ ਤੋਂ ਰਹਿਤ ਹੈ, ਦਇਆ ਅਤੇ ਚੰਗਿਆਂ ਫਲਾਂ ਨਾਲ ਭਰਪੂਰ ਹੈ। ਹਾਲੇਲੂਇਆ। ਦੁੱਖਾ ਭਾਵ ਤੋਂ ਰਹਿਤ ਅਤੇ ਨਿਸ਼ਪੱਖਤਾ ਹੁੰਦੀ ਹੈ ਅਤੇ ਧਰਮ ਦਾ ਫਲ ਮੇਲ ਕਰਵਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ। ਜਿਹੜਾ ਧਰਮ ਦਾ ਫਲ ਆ ਉਹ ਮਿਲਨਸਾਰ ਆ, ਇੱਕ ਦੂਜੇ ਦਾ ਆਦਰ ਭਾਵ ਕਰਨਾ ਆ, ਇੱਕ ਦੂਸਰੇ ਦੇ ਸਾਹਮਣੇ ਆਪਣੇ ਆਪ ਨੂੰ ਨੀਵਾਂ ਕਰਨਾ ਆ। ਕਾਇਨ ਨਹੀਂ ਕਰ ਸਕਦਾ, ਨਾ ਉਹਦੀ ਸੰਤਾਨ ਕਰੇਗੀ। ਸ਼ੈਤਾਨ ਕਦੇ ਆਪਣਾ ਹੱਥ ਮੇਲ ਮਿਲਾਪ ਦੇ ਲਈ ਨਹੀਂ ਵਧਾ ਸਕਦਾ। ਉਹ ਆਪਣੇ ਹੀ ਉਹਦੇ ਚ ਬਣਿਆ ਰਹਿੰਦਾ ਆ ਕਿ ਨਹੀਂ ਨਹੀਂ ਮੇਰੇ ਤੋਂ ਵੱਡਾ ਪਵਿੱਤਰ ਕੌਣ ਆ, ਮੇਰੇ ਤੋਂ ਵੱਡਾ ਉਪਾਸਕ ਕੌਣ ਆ। ਔਰ ਇੱਥੇ ਤੱਕ ਮੈਨੂੰ ਉਸ ਗੱਲ ਤੋਂ ਬੜੀ ਬਰਕਤ ਮਿਲੀ ਆ। ਜਿਹੜਾ ਨਵਾਂ ਮੈਸੇਜ ਆਇਆ ਆ, ਅੱਜ ਆਪਾਂ ਵੰਡਾਂਗੇ ਮੈਸੇਜ ਆਇਆ ਇੱਕ ਨਵਾਂ, ਸੰਪੂਰਨਤਾਈ ਚ ਛੁਟਕਾਰਾ, ਇਹਦਾ ਕਰਕੇ ਨਾਮ ਹੈ ਉਹਦਾ। ਔਰ ਉਹਦੇ ਵਿੱਚ ਲਿਖਿਆ, ਕਹਿੰਦੇ ਵੀ ਭਾਈ ਬ੍ਰੈਨਮ ਨੇ ਕਿਹਾ ਵੀ, ਕਹਿੰਦਾ ਵੀ ਮੈਂ ਇਦਾਂ ਦਾ ਬਣਿਆ ਰਹਿਣਾ ਜਦ ਤੱਕ ਮੈਂ ਮਰ ਨਹੀਂ ਜਾਂਦਾ। ਕਿੱਦਾਂ ਦਾ ਬਣਿਆ ਰਹਿਣਾ ਚਾਹਣਾ ਵੀ ਹਰੇਕ ਜਿਹੜਾ ਮਸੀਹ ਆ ਨਾ, ਸਾਰੀ ਕਲੀਸਿਆ, ਕਹਿੰਦਾ ਮੇਰੀ ਕਲੀਸਿਆ ਹੈ, ਸਾਰੀ ਦੁਨੀਆ ਮੇਰੀ ਕਲੀਸਿਆ ਆ। ਔਰ ਇੱਥੋਂ ਤੱਕ ਕਿ ਜਿਹੜਾ ਪ੍ਰਭੂ ਯਿਸੂ ਮਸੀਹ ਆ ਉਹ ਮੇਰਾ ਸਿਰ ਹੈ। बाइबल मेरी पुस्तक है, और बाइबल मेरी पाठ पुस्तक है। हाँ। और जिन्नी ये सारी दुनिया है मेरी कलीसिया, संसार है जी, ये मेरी कलीसिया। धड़ेबाजी नहीं की, कहना मैं ਇਹਦੇ ਵਿੱਚ ਬਣਿਆ ਰਹਿਣਾ ਚਾਹੁੰਦਾ। ਧੜੇਬਾਜ਼ੀ ਨਹੀਂ ਕੀ, ਔਰ ਮਿਲਨਸਾਰ ਹੈ। ਹਰੇਕ ਨੂੰ ਉਸ ਆਦਰ ਦੇ ਨਾਲ ਦੇਖਣਾ ਹੈ, ਉਸ ਭਾਵ ਨਾਲ ਦੇਖਣਾ ਹੈ ਕਿ ਮੇਰੇ ਤੋਂ ਵੱਧ ਆ। ਬਾਈਬਲ ਆਇਆ। ਹਾਲੇਲੂਇਆ। ਈਰਖਾ ਤੋਂ ਰਹਿਤ ਆ, ਧੜੇਬਾਜ਼ੀ ਤੋਂ ਰਹਿਤ ਆ। ਔਰ ਜਿਹੜੀ ਈਰਖਾ ਜਿੱਥੇ ਧੜੇਬਾਜ਼ੀ ਆ, ਔਰ ਕਹਿੰਦੇ ਵੀ ਉਹ ਜਗ੍ਹਾ ਤੇ ਹਰ ਭਾਂਤ ਦਾ ਗੰਦਾ ਕੰਮ ਹੁੰਦਾ ਆ, ਐਦਾਂ ਲਿਖਿਆ ਹੈ। ਉਹ ਜਗ੍ਹਾ ਤੇ ਸਹੀ ਕੰਮ ਨਹੀਂ ਹੋ ਸਕਦਾ, ਲੋਕ ਕਦੇ ਬਰਕਤ ਨਹੀਂ ਪ੍ਰਾਪਤ ਕਰ ਸਕਦੇ। ਕਿਉਂ ਭਲਾ? ਕਿਉਂਕਿ ਉਹ ਜਗ੍ਹਾ ਤੇ ਸ਼ੈਤਾਨ ਦੀ ਮੰਡਲੀ ਆ। ਉਹ ਲੋਕ ਜਿਹੜੇ ਸ਼ੈਤਾਨ ਨੂੰ ਜੀ ਰਹੇ ਹਨ, ਉਹ ਕਿੱਥੋਂ ਬਰਕਤ ਲੈ ਲੈਣਗੇ? ਭਗਤੀ ਉਪਾਸਕ ਕਿਤੇ ਬੜੇ ਸ਼ੈਤਾਨ ਦੇ, ਤੇ ਬਰਕਤ ਕਿੱਧਰੋਂ ਲੈਣਾ ਚਾਹੁੰਦੇ? ਪ੍ਰਭੂ ਯਿਸੂ ਮਸੀਹ ਤੇ। ਉਹ ਕਹਿੰਦਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ, ਮੈਂ ਤੁਹਾਨੂੰ ਸਿਆਣਦਾ ਹੀ ਨਹੀਂ, ਤੁਸੀਂ ਹੈ ਕੌਣ? ਹਾਲੇਲੂਇਆ। ਆਓ ਅਸੀਂ ਇੱਕ ਹੋਰ ਵਾਲਾ ਪੜ੍ਹਦੇ ਹਾਂ, ਔਰ ਉਸ ਤੋਂ ਬਾਅਦ ਅਸੀਂ ਅਗਾਂਹ ਵਧਦੇ ਹਾਂ। ਇਹ ਵਾਲਾ ਹੈ ਦੂਜਾ ਕੁਰਿੰਥੀਅਸ 12 ਦੇ। बारह अध्याय ਉਹਦੀ 20 और 21 है। इथे कुरिन्थियस, ਹੁਣ ਜਿਹੜਾ ਕੁਰਿੰਥੀਅਸ ਉਸ ਜਗ੍ਹਾ ਤੇ ਸ਼ਹਿਰ ਆ, ਉਹ ਇਦਾਂ ਦਾ ਆ ਜਿੱਦਾਂ ਅੱਜ ਦਿੱਲੀ ਆ। ਕਿੰਨਾਂ ਨੂੰ ਪਤਾ ਇਸ ਗੱਲ ਦਾ? ਜਿੱਦਾਂ ਅੱਜ ਦਿੱਲੀ ਆ, ਇਦਾਂ ਦਾ ਕੁਰਿੰਥੀਅਸ ਆ। ਵਪਾਰ ਦਾ ਬੜਾ ਵਧੀਆ ਸਾਧਨ ਆ, ਔਰ ਬੜੇ ਬਾਹਰੋਂ ਤੇ ਆਸ-ਪਾਸ ਦੇ ਜਿੰਨੇ ਵਪਾਰੀ ਲੋਕ ਆ ਉਸ ਜਗ੍ਹਾ ਤੇ ਆਉਂਦੇ ਆ। ਬੜੀਆਂ ਫੈਕਟਰੀਆਂ ਆ ਔਰ ਇਦਾਂ ਦੀ ਚੀਜ਼ ਆ। ਔਰ ਇਦਾਂ ਦੀ ਜਗ੍ਹਾ ਤੇ ਪੌਲਸ ਰਸੂਲ ਪ੍ਰਚਾਰ ਨੂੰ ਕਰਨਾ ਚਾਹੁੰਦਾ ਸੀ ਕਿ ਅਗਰ ਕੋਈ ਆਵੇ, ਕੋਈ ਵਪਾਰ ਦੇ ਲਈ ਜਾ ਰਿਹਾ ਹੈ, ਤੇ ਨਾਲ ਗਵਾਹੀ ਵੀ ਲੈ ਕੇ ਜਾਵੇ। ਹੈਨਾ? ਹੁਣ ਇਦਾਂ ਦੇ ਲੋਕਾਂ ਚੋਂ ਕੋਈ ਗੱਲ ਕਹਿ ਰਿਹਾ ਆ, ਕਹਿੰਦਾ ਆ ਕਿ ਕਿਉਂ ਜੋ ਮੈਂ ਡਰਦਾ ਹਾਂ ਕਿ ਕਿਤੇ ਇਉਂ ਨਾ ਹੋਵੇ ਜੋ ਮੈਂ ਆਣ ਕੇ ਇਹੋ ਜਿਹਾ ਤੁਹਾਨੂੰ ਚਾਹੁੰਦਾ ਹਾਂ ਜਿਹੋ ਜਿਹਾ ਨਾ ਪਾਵਾਂ। ਕਹਿੰਦਾ ਮੈਂ ਜਿਹੋ ਜਿਹਾ ਤੁਹਾਨੂੰ ਚਾਹੁੰਦਾ ਆ, ਕਿਤੇ ਅਜਿਹਾ ਨਾ ਹੋਵੇ ਵੀ ਮੈਂ ਤੁਹਾਨੂੰ ਉਹੋ ਜਿਹਾ ਪਾਵਾਂ। ਕਿੰਨਾਂ ਨੂੰ ਗੱਲ ਸਮਝ ਆਈ? ਕਹਿੰਦਾ ਵੀ ਮੈਂ ਉਹੋ ਜਿਹਾ ਨਹੀਂ ਤੁਹਾਨੂੰ ਪਾਉਣਾ ਚਾਹੁੰਦਾ ਜਿਹੋ ਜਿਹਾ ਮੈਂ ਚਾਹੁੰਦਾ ਹੀ ਨਹੀਂ। ਮੈਂ ਉਹੋ ਜਿਹਾ ਤੁਹਾਨੂੰ ਪਾਉਣਾ ਚਾਹੁੰਦਾ ਆ ਜਿਹੋ ਜਿਹਾ ਮੈਂ ਚਾਹੁੰਦਾ ਹਾਂ। ਮੈਂ ਚਾਹੁੰਦਾ ਆ ਕਿ ਪੂਰੀ ਸ਼ਰਧਾ ਦੇ ਨਾਲ, ਪੂਰੇ ਇਰਾਦੇ ਦੇ ਨਾਲ ਪ੍ਰਭੂ ਦੀ ਉਪਾਸਨਾ ਕਰੋ। ਹੈਨਾ? ਇਹ ਆ ਉਹਦਾ ਚਾਹਣਾ। ਪਰ ਕਹਿੰਦਾ ਇਦਾਂ ਦਾ ਨਾ ਮੈਂ ਪਾਵਾਂ ਵੀ ਜੋ ਮੈਂ ਚਾਹੁੰਦਾ ਉਦਾਂ ਦਾ ਤੁਸੀਂ ਹੋਵੋ ਹੀ ਨਾ। ਹੈਨਾ? ਅੱਗੇ ਪੜ੍ਹਦੇ।
ਤੁਸੀਂ ਮੈਨੂੰ ਵੀ ਉਹੋ ਜਿਹਾ ਪਾਓ ਜਿਹੋ ਜਿਹਾ ਨਹੀਂ ਚਾਹੁੰਦੇ ਹੋ। ਮਤੇ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਘੋਰ ਮਸੋਰੇ, ਆਕੜਾਂ ਅਤੇ ਕਮਸਾਨ ਹੋਣ। ਜਿਹਦਾ ਘੋਰ ਮਸੋਰੇ ਆਪਾਂ ਜਿਵੇਂ ਮੈਂ ਗੱਲ ਕਰਦਾ ਗੁੱਜ ਗੜਿੱਪੇ ਹੈਨਾ, ਵੀ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਅੰਦਰ ਹੀ ਚੱਲ ਰਹੀਆਂ ਕਿਸੇ ਨੂੰ ਪਤਾ ਹੀ ਨਹੀਂ, ਵੀ ਉਹ ਆਪਸ ਵਿੱਚ ਤੁਹਾਡੇ ਅੰਦਰ ਚੱਲ ਰਹੀਆਂ ਵੀ ਬਸ ਮੈਂ ਇਹਨੂੰ ਮਿਲੇ ਤੇ ਬਸ ਇਹਦਾ ਕੰਮ ਕਰਾਂ। ਅੱਗੇ ਗੱਲ ਸੁਣੋ ਭਾਈ। ਅਤੇ ਅਜਿਹਾ ਨਾ ਹੋਵੇ ਕਿ ਜਾਂ ਮੈਂ ਫੇਰ ਆਵਾਂ ਤਾਂ ਮੇਰਾ ਪਰਮੇਸ਼ਰ ਮੈਨੂੰ ਤੁਹਾਡੇ ਅੱਗੇ ਹੌਲਿਆ ਪਾਵੇ। ਕਹਿੰਦਾ ਅਜਿਹਾ ਨਾ ਹੋਵੇ ਕਿ ਮੈਂ ਤੁਹਾਡੇ ਕੋਲ ਜਦੋਂ ਫੇਰ ਆਵਾਂ ਤੇ ਮੈਂ ਹਲਕਾ ਜਿਹਾ ਮਹਿਸੂਸ ਹੋਵਾਂ ਆਪਦੇ ਪ੍ਰਭੂ ਦੇ ਸਾਹਮਣੇ, ਸ਼ਰਮਿੰਦਾ ਹੋਵਾਂ। ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਕੁਝ ਗੱਲਾਂ ਆ ਜਿਹੜੀ ਪ੍ਰਭੂ ਦੇ ਲੋਕਾਂ ਨੂੰ ਸ਼ਰਮਿੰਦਗੀ ਦਿੰਦੀਆਂ ਹੈ, ਹੌਲਾ ਪਾਉਂਦੀਆਂ। ਅਤੇ ਮੈਂ ਉਹਨਾਂ ਵਿੱਚੋਂ ਬਾਲਿਆਂ ਦੇ ਕੋਲ ਸੋਗ ਕਰਾਂ ਜਿਨ੍ਹਾਂ ਨੇ ਅੱਗੇ ਪਾਪ ਕੀਤਾ ਹੈ ਅਤੇ ਮੋੜ ਆਪਣੇ ਗੰਦੇ ਮੰਦੇ ਅਤੇ ਹਰਾਮਕਾਰੀ ਅਤੇ ਲੋਚਪੁਣੇ ਤੋਂ ਤੋਬਾ ਨਾ ਕੀਤੀ ਹੋਵੇ। ਕਹਿੰਦਾ ਮੈਂ ਐਦਾਂ ਦਾ ਨਾ ਕਿਸੇ ਨੂੰ ਪਾਵਾਂ ਕਿ ਜਿਹੜੇ ਜਿੱਦਾਂ ਦੇ ਗਏ ਉਦਾਂ ਦੇ ਹਾਲੇ ਤੱਕ ਆ, ਔਰ 20-20 ਸਾਲ ਹੋ ਗਏ ਉਦਾਂ ਦੇ ਹੀ ਆ, ਉਹਨਾਂ ਤੋਬਾ ਤਾਂ ਕੀਤੀ ਨਹੀਂ, ਔਰ ਜਿਹੜੇ ਇਕਰਾਰ ਕੀਤਾ ਉਹ ਬਸ ਦਿਖਾਵੇ ਦੇ ਲਈ ਝੂਠ ਬੋਲਿਆ ਉਹਨਾਂ ਪ੍ਰਭੂ ਨਾਲ। ਸੱਚਾ ਇਕਰਾਰ ਕੀਤਾ ਹੁੰਦਾ ਤੇ ਖੜੇ ਰਹਿੰਦੇ ਉਸ ਇਕਰਾਰ ਦੇ ਉੱਤੇ। ਹਾਲੇਲੂਇਆ ਹਾਲੇਲੂਇਆ। ਹੁਣ ਆਪਾਂ ਆਉਂਦੇ ਆ ਕਾਇਨ ਦੇ ਉੱਤੇ। ਕਾਇਨ ਨੇ ਝੂਠ ਬੋਲਿਆ, ਔਰ ਝੂਠ ਇਸ ਲਈ ਬੋਲਿਆ ਕਿਉਂਕਿ ਉਹ ਆਪਣੇ ਪਿਓ ਸ਼ੈਤਾਨ ਤੋਂ ਸੀਗਾ, ਉਹ ਸ਼ੈਤਾਨ ਦੀ ਔਲਾਦ ਸੀ, ਔਰ ਸ਼ੈਤਾਨ ਨੇ ਕਾਇਨ ਤੋਂ ਵੀ ਪਹਿਲਾਂ ਝੂਠ ਬੋਲਿਆ। ਉਹਨੇ ਸਵਰਗ 'ਚ ਝੂਠ ਬੋਲਿਆ ਹਨਾ, ਔਰ ਤਾਰਿਆਂ ਦੀ 1/3 ਨੂੰ ਲਪੇਟਿਆ, ਜਿੱਦਾਂ ਆਪਾਂ ਉਹਨੇ ਗੱਲ ਕੀਤੀ ਆ। ਇਹ ਝੂਠ ਹੀ ਸੀ ਜਿਸ ਕਾਰਨ ਜਿਹੜੇ ਤਾਰੇ ਸੀਗੇ ਉਹ ਧਰਤੀ ਦੇ ਉੱਤੇ ਡੇਗੇ ਗਏ ਹਨਾ। ਇੱਕ ਭਾਸ਼ਾ ਆ ਜਿਹੜੀ ਝੂਠ ਦੀ ਭਾਸ਼ਾ ਆ, ਉਹ ਸਿਰਫ ਸ਼ੈਤਾਨੀ ਲੋਕਾਂ ਨੂੰ ਆਉਂਦੀ ਆ। ਪਰ ਆਦਮ ਦੇ ਕੋਲ ਜਿਹੜੀ ਭਾਸ਼ਾ ਸੀਗੀ ਉਹ ਭਾਸ਼ਾ ਉਹ ਸੀਗੀ ਜਿਹੜੀ ਪਰਮੇਸ਼ਰ ਦੇ ਵੱਲੋਂ ਤਿਆਰ ਕੀਤੀ ਹੈ। ਔਰ ਉਹ ਏਦਾਂ ਦੀ ਭਾਸ਼ਾ ਸੀ ਕਿ ਸਾਰੇ ਜਾਨਵਰ, ਸਾਰੀ ਸ੍ਰਿਸ਼ਟੀ ਉਸ ਭਾਸ਼ਾ ਨੂੰ ਸਮਝਦੀ ਸੀ, ਰੁੱਖ ਤੱਕ ਉਸ ਭਾਸ਼ਾ ਨੂੰ ਸਮਝਦੇ ਸੀਗੇ। ਉਹ ਇੱਕ ਹੀ ਭਾਸ਼ਾ ਸੀਗੀ ਇਸ ਦੁਨੀਆ ਦੇ ਵਿੱਚ ਜਿਹੜੀ ਪਰਮੇਸ਼ਰ ਵੱਲੋਂ ਮਿਲੀ ਸੀ, ਔਰ ਉਹ ਸੱਚ ਦੀ ਭਾਸ਼ਾ ਸੀ ਜਿਹੜੀ ਪਰਮੇਸ਼ਰ ਵੱਲੋਂ ਤਿਆਰ ਕੀਤੀ ਗਈ। ਇਹ ਤਾਂ ਜਦੋਂ ਸ਼ੈਤਾਨ ਕਾਇਨ ਨੂੰ ਵਰਤਿਆ, ਕਾਇਨ ਦੀ ਸੰਤਾਨ ਨੇ ਗਾਂ ਬਾਬੁਲ ਦੇ ਬੁਰਜ ਨੂੰ ਬਣਾਇਆ ਹਨਾ, ਔਰ ਫਿਰ ਭਾਸ਼ਾ ਦਾ ਵਿਗਾੜ ਹੋ ਗਿਆ। ਭਾਸ਼ਾਵਾਂ ਤਾਂ ਉੱਥੋਂ ਵਿਗੜੀਆਂ, ਪਰ ਅਸਲ ਦੇ ਵਿੱਚ ਜਿਹੜੀ ਭਾਸ਼ਾ ਆ ਉਹ ਸਵਰਗੀ ਭਾਸ਼ਾ ਆ ਜਿਹੜੀ ਆਦਮ ਬੋਲਦਾ ਸੀਗਾ। ਆਦਮ ਕੋਲੇ ਆਪਣੀ ਭਾਸ਼ਾ ਸੀਗੀ, ਔਰ ਜਦੋਂ ਅਸੀਂ ਇਸ ਤੋਂ ਬਾਅਦ ਚਲੇ ਜਾਵਾਂਗੇ ਜਿਹੜੇ ਸੱਚੇ ਮਸੀਹ ਆ, ਉਹ ਫਿਰ ਜਦੋਂ ਪ੍ਰਭੂ ਆਦਮ ਦੇ ਬਾਗ ਦਾ ਫਿਰ ਸੁਧਾਰ ਕਰੇਗਾ, ਉਹਨੂੰ ਫਿਰ ਤੋਂ ਉਦਾਂ ਦਾ ਬਣਾਵੇਗਾ, ਉਹ ਜਗ੍ਹਾ ਤੇ ਜਿਹੜੇ ਲੋਕਾਂ ਨੇ ਜਾਣਾ ਆ 1000 ਸਾਲੇ ਰਾਜ ਦੇ ਵਿੱਚ, ਉਹਨਾਂ ਫਿਰ ਉਹੀ ਭਾਸ਼ਾ ਬੋਲਣੀ ਹੈ। ਕਿਹਨਾਂ ਨੂੰ ਗੱਲ ਸਮਝ ਆਈ? ਹਾਲੇਲੂਇਆ ਹਾਲੇਲੂਇਆ। ਹੁਣ ਇਸ ਜਗ੍ਹਾ ਤੇ ਕਾਇਨ ਗੋਡੇ ਟੇਕ ਰਿਹਾ ਆ, ਪ੍ਰਾਰਥਨਾ ਕਰ ਰਿਹਾ ਹੈ, ਜਗਵੇਦੀ ਇਸ ਤਰੀਕੇ ਦੇ ਨਾਲ ਆ ਕਿ ਪਰਮੇਸ਼ਰ ਦੀ ਭਗਤੀ ਕੀਤੀ ਜਾਏ, ਪਰਮੇਸ਼ਰ ਨੂੰ ਖੁਸ਼ ਕੀਤਾ ਜਾਏ, ਪਰ ਉਹਦੇ ਮਨ 'ਚ ਈਰਖਾ ਆ। ਪ੍ਰਭੂ ਨੂੰ ਖੁਸ਼ ਕਰਨਾ ਚਾਹੁੰਦਾ ਪਰ ਈਰਖਾ ਦੇ ਨਾਲ ਆ। ਪ੍ਰਭੂ ਨੂੰ ਮੰਨਣਾ ਚਾਹੁੰਦਾ ਆ ਪਰ ਆਪਣੀ ਮਰਜ਼ੀ ਦੇ ਨਾਲ ਆ, ਆਪਣੇ ਤਰੀਕੇ ਦੇ ਨਾਲ ਆ। ਕੀ ਹੋਏਗਾ ਫਲ? ਰਿਜੈਕਟ, ਅਸਫਲ, ਬਰਕਤ ਨਹੀਂ ਲੈ ਕੇ ਆ ਸਕਦਾ। ਹਾਲੇਲੂਇਆ ਹਾਲੇਲੂਇਆ। ਹੁਣ ਬਲਿਆਮ ਨੇ ਵੀ ਏਦਾਂ ਹੀ ਕੀਤਾ ਸੀਗਾ, ਬਲਿਆਮ ਨੇ ਵੀ ਏਦਾਂ ਹੀ ਕੀਤਾ ਸੀਗਾ। ਉਹਨੂੰ ਇਹ ਨਹੀਂ ਦੱਸਿਆ ਕਿ ਮੂਸਾ ਇਹਨਾਂ ਨੇ ਲੇਲਾ ਖਾਦਾ ਆ, ਇਹਨਾਂ ਨੇ ਲਾਲ ਸਮੁੰਦਰ ਨੂੰ 2 ਭਾਗ ਕਰ ਦਿੱਤਾ ਆ, ਇਹਨਾਂ ਸਾਰੇ ਮਿਸ਼ਨ ਨੂੰ ਇਹਨਾਂ ਨੇ ਧੂਲ ਚਟਾ ਦਿੱਤੀ ਆ। ਇਹਨਾਂ ਜ਼ਬਰਦਸਤ ਤਰੀਕੇ ਦੇ ਨਾਲ ਆ ਰਹੇ ਆ, ਜਲਦੀ ਦੇਣੀ ਹੈ ਉਹਨਾਂ ਦਾ ਵਿਰੋਧ ਕਰਨ ਲਈ ਖੜਾ ਹੋ ਗਿਆ। ਫਲ ਕੀ ਆਏਗਾ? 0। ਦੇਖੋ ਕਿ ਬੰਦਾ ਕਿਸ ਤਰੀਕੇ ਨਾਲ ਆ ਰਿਹਾ ਹੈ, ਇਹਦਾ ਇਰਾਦਾ ਕੀ ਹੈ, ਇਹ ਕਰਨਾ ਕੀ ਚਾਹੁੰਦਾ ਹੈ।
ਹਾਲੇਲੂਇਆ। ਕਿੰਨੇ ਨੂੰ ਗੱਲ ਸਮਝ ਆ ਰਹੀ ਹੈ? ਇਹ ਦੇਖੋ ਕਿ ਇਹਦੇ ਪਿੱਛੇ ਪ੍ਰਭੂ ਦੀ ਅਗਵਾਈ ਹੈਗੀ ਇਹਦੇ ਪਿੱਛੇ। ਤੇ ਮੰਨ ਲਓ ਕਿ ਜੇਕਰ ਪ੍ਰਭੂ ਦੀ ਅਗਵਾਈ ਆ, ਫਿਰ ਤੁਸੀਂ ਉਸ ਬੰਦੇ ਨੇ ਈਰਖਾ ਕਰ ਰਹੇ ਹੋ, ਵਿਰੋਧ ਕਰ ਰਹੇ ਹੋ, ਉਹਦਾ ਨਹੀਂ, ਪਰਮੇਸ਼ਰ ਦਾ ਕਰ ਰਹੇ ਹੋ। ਆਮੇਨ। ਸੱਚ ਹੈ। ਤੁਹਾਨੂੰ ਪਤਾ ਗਮਲੀਅਰ ਨੇ ਜਦੋਂ ਪਤਰਸ ਹੋਰਾਂ ਨੂੰ ਮਾਰ ਦੇਣ ਦੇ ਪਿੱਛੇ ਲੱਗੇ ਤੇ ਉਹ ਕਹਿੰਦਾ ਰੁਕੋ, ਕਹਿੰਦਾ ਚੇਤੇ ਕਰੋ ਕੁਝ ਬੰਦੇ ਆਪਦੀ ਇੱਛਾ ਨਾਲ ਉੱਠੇ ਤੇ ਫੇਲ ਹੋ ਗਏ ਹੋ, ਸੱਚ ਹੈ। ਖਰਾਬ ਹੋ ਗਏ। ਆਮੇਨ। ਔਰ ਕਹਿੰਦਾ ਜੇਕਰ ਇਹ ਵੀ ਇਦਾਂ ਦੇ ਹੋਏ ਤੇ ਆਪੇ ਖਰਾਬ ਹੋ ਜਾਣਾ ਇਹਨਾਂ ਨੇ। ਸੱਚ ਹੈ। ਆਮੇਨ। ਪਰ ਕਹਿੰਦਾ ਜੇ ਪਰਮੇਸ਼ਰ ਦੇ ਵੱਲੋਂ ਹੋਏ ਤੇ ਕਹਿੰਦਾ ਇਹ ਨਾ ਹੋਵੇ ਕਿ ਆਪਾਂ ਪਰਮੇਸ਼ਰ ਦੇ ਵਿਰੁੱਧ ਗਏ ਦੇ। ਆਪਾਂ ਪਰਮੇਸ਼ਰ ਦੀ ਵਿਰੋਧਤਾ ਦੇ, ਕਿਉਂਕਿ ਉਹ ਜਾਣਦਾ ਸੀਗਾ ਲਿਖਤਾਂ ਨੂੰ। ਆਮੇਨ। ਉਹ ਜਾਣਦਾ ਸੀ ਕਿ ਜਿਹੜੇ ਜਿਹੜੇ ਬੰਦਿਆਂ ਨੇ ਈਰਖਾ ਕੀਤੀ, ਪ੍ਰਭੂ ਨੇ ਉਹਨਾਂ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ। ਆਮੇਨ। ਸੱਚ ਹੈ। ਪ੍ਰਭੂ ਨੇ ਉਹਨਾਂ ਦੇ ਘਰਾਂ ਨੂੰ ਬਿਲਕੁਲ ਉਜਾੜ ਬਣਾ ਛੱਡਿਆ। ਸੱਚ ਹੈ। ਬਰਕਤ ਉਹਨਾਂ ਦੇ ਘਰਾਂ 'ਚ ਟੇਕ ਨਹੀਂ ਸਕੀ ਆਮੇਨ। ਜਿਨ੍ਹਾਂ ਨੇ ਈਰਖਾ ਕੀਤੀ। ਤਾਂ ਮੈਂ ਕਹਿ ਰਿਹਾ ਈਰਖਾ ਬੜੀ ਖਤਰਨਾਕ ਚੀਜ਼ ਆ, ਔਰ ਪੀੜੀ ਦਰ ਪੀੜੀ ਅਗਾਂਹ ਵੱਧਦੀ ਰਹਿੰਦੀ ਹੈ। ਵੇਖੋ ਕਿ ਸਵਰਗ ਦੇ ਵਿੱਚ ਈਰਖਾ ਸ਼ੁਰੂ ਹੋਈ ਔਰ ਅੱਜ ਤੱਕ ਕੰਮ ਕਰ ਰਹੀ ਹੈ। ਅੱਜ ਤੱਕ ਲੋਕ ਸਹੀ ਤਰੀਕੇ ਨਾਲ ਭਗਤੀ ਨਹੀਂ ਕਰ ਪਾ ਰਹੇ। ਅੱਜ ਤੱਕ ਲੋਕ ਸੱਚੀ ਭਗਤੀ ਤੋਂ ਕੰਨ ਫੇਰ ਜਾਂਦੇ ਆ, ਉਹ ਬੁਰਾ ਮਨਾ ਜਾਂਦੇ ਆ, ਬੁਰਾ ਲੱਗਦਾ ਹੈ ਉਹਨਾਂ ਨੂੰ। ਅਗਰ ਉਹਨਾਂ ਦੀਆਂ ਗਲਤੀਆਂ ਉਜਾਗਰ ਕਰ ਦਿੱਤੀਆਂ ਜਾਣ ਤੇ ਉਹ ਭੈੜੇ ਪੈਂਦੇ ਆ। ਉਹ ਕਹਿੰਦੇ ਨਹੀਂ ਨਹੀਂ ਨਹੀਂ, ਇਹ ਤਰੀਕਾ ਨਹੀਂ ਸੀਗਾ, ਮੇਰੀ ਬੇਇੱਜ਼ਤੀ ਕਰਤੀ ਆ। ਹਾਲੇਲੂਇਆ। ਕਿਹਨਾਂ ਨੂੰ ਗੱਲ ਸਮਝ ਆਈ? ਪਰ ਭੈਣ ਤੇ ਭਰਾਓ, ਜਦ ਤੱਕ ਅਸੀਂ ਸੱਚੀ ਭਗਤੀ ਨਹੀਂ ਕਰਦੇ, ਉਹਨੂੰ ਪਸੰਦ ਭਗਤੀ ਨਹੀਂ ਕਰਦੇ, ਬਰਕਤ ਨਹੀਂ ਮਿਲ ਸਕਦੀ। ਕਦੀ ਸਵਰਗ 'ਚ ਨਹੀਂ ਜਾ ਸਕਦੇ ਅਸੀਂ, ਕਦੀ ਰੈਪਚਰ ਨੂੰ ਪ੍ਰਾਪਤ ਨਹੀਂ ਕਰ ਸਕਦੇ। ਹਾਲੇਲੂਇਆ। ਜਦ ਤੱਕ ਅਸੀਂ ਆਪਦੇ ਨਿਸ਼ਾਨੇ ਤੱਕ ਪਹੁੰਚ ਨਹੀਂ ਸਕਦੇ, ਜਦ ਤੱਕ ਸਾਡੇ ਉੱਤੇ ਇਹ ਦਰਿੰਦੇ ਦੀ ਮੋਹਰ ਆ। ਉਹ ਸਾਨੂੰ ਸਹੀ ਤਰੀਕੇ ਨਾਲ ਭਗਤੀ ਕਰਨ ਹੀ ਨਹੀਂ ਦੇਵੇਗਾ। ਉਹ ਸਾਨੂੰ ਝੂਠ ਦੇ ਲਈ ਖੜਿਆ ਕਰੇਗਾ, ਉਹ ਸਾਨੂੰ ਈਰਖਾ ਦੇ ਲਈ ਖੜਿਆ ਕਰੇਗਾ। ਉਹ ਭਗਤੀ ਜਿਹੜੀ ਅਸਲ ਤਰੀਕੇ ਦੀ ਆ, ਉਸ ਤਰੀਕੇ 'ਚ ਬਾਹਰ ਲੈ ਕੇ ਜਾਵੇਗਾ। ਉਹ ਕਦੇ ਪਵਿੱਤਰ ਆਤਮਾ ਪ੍ਰਾਪਤ ਹੀ ਨਹੀਂ ਕਰਨ ਦੇਗਾ ਤੁਹਾਨੂੰ। ਕਿਹਨਾਂ ਨੂੰ ਗੱਲ ਸਮਝ ਆਈ? ਹਾਲੇਲੂਇਆ। ਹਾਲੇਲੂਇਆ। ਇਸੇ ਲਈ ਤਾਂ ਤੁਸੀਂ ਕਈ ਵਾਰੀ ਦੇਖਦੇ ਹੋ ਕਈਆਂ ਸੰਗਤੀਆਂ ਦੇ ਵਿੱਚ ਜਿਨ੍ਹਾਂ ਦੇ ਵਚਨ ਦੇ ਨਾਲ ਕੋਈ ਸੰਬੰਧ ਨਹੀਂਗਾ, ਉਹ ਢੋਲਕ ਵਜਾ ਰਹੇ ਆ, ਉਹ ਢੋਲਕ ਵਜਾ ਰਹੇ ਆ। ਕੋਈ ਏਦਾਂ ਦੇ ਲੋਕ ਆ ਜਿਹੜੇ ਸਾਜ਼ ਵਜਾ ਰਹੇ ਆ ਪ੍ਰਭੂ ਦੀ ਹਜ਼ੂਰੀ 'ਚ, ਔਰ ਗੀਤ ਵੀ ਗਾਉਣ ਵਾਲੇ ਏਦਾਂ ਦੇ ਆ ਜਿਨ੍ਹਾਂ ਦਾ ਵਚਨ ਦੇ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਆ, ਕੋਈ ਸੰਬੰਧ ਨਹੀਂ ਆ, ਉਹਨਾਂ ਦਾ ਜੀਵਨ ਸਹੀ ਨਹੀਂ ਆ, ਔਰ ਗੀਤ ਗਾ ਰਹੇ ਆ, ਢੋਲਕ ਵਜਾ ਰਹੇ ਆ, ਸਭ ਸਾਜ਼ ਵਜਾ ਰਹੇ ਆ। ਕੀ ਹੋਇਆ? ਬਾਈਬਲ 'ਚ ਲਿਖਿਆ ਕਿ ਗਵੰਤਰੀਆਂ ਤੇ ਵਜੰਤਰੀਆਂ ਨੇ ਜਦੋਂ ਪੂਰੇ ਆਤਮਿਕ ਤਰੀਕੇ ਨਾਲ ਵਜਾਇਆ ਤੇ ਪ੍ਰਭੂ ਦਾ ਆਤਮਾ ਉੱਥੇ ਉਤਰ ਆਇਆ। ਲੋਕਾਂ ਨੇ ਉਹਦੇ ਤੋਂ ਬਰਕਤ ਪਾਈ ਆ। ਇਹਦੇ ਲਈ ਵੀ ਜਿਹੜੇ ਗਾਉਣ ਵਜਾਉਣ ਵਾਲੇ ਆ ਉਹ ਵੀ ਪੂਰੇ ਆਤਮਿਕ ਚਾਹੀਦੇ ਆ। ਸੰਗਤੀ ਚਲਾਉਣ ਵਾਲਾ ਪੂਰਾ ਆਤਮਿਕ ਚਾਹੀਦਾ ਆ। ਪ੍ਰਚਾਰਕ ਪੂਰਾ ਆਤਮਿਕ ਚਾਹੀਦਾ ਆ। ਹਾਲੇਲੂਇਆ। ਤਾਂ ਪ੍ਰਭੂ ਦਾ ਆਤਮਾ ਉਸ ਕਲੀਸਿਆ 'ਚ ਕੰਮ ਕਰਦਾ ਆ। ਪਰ ਜੇ ਮੰਨ ਲਓ ਕਿ ਸਾਰੀਆਂ ਚੀਜ਼ਾਂ ਬੇਟਿਕਾਣੇ ਤੇ ਬੇਤੁਕੀਆਂ ਦੀਆਂ ਤੁਰੀਆਂ ਆ, ਇਹ ਕਦੀ ਬਰਕਤ ਨਹੀਂ ਲੈ ਕੇ ਆ ਸਕਦੀ। ਔਰ ਪਤਰਸ ਨੇ ਕਿਹਾ ਕਿ ਜੇ ਬੇਟਿਕਾਣੀ ਤੁਰੀ ਬਜਾਈ ਜਾਏ ਤੇ ਕੌਣ ਯੁੱਧ ਦੇ ਲਈ ਤਿਆਰ ਹੋ ਸਕਦਾ ਆ? ਕੌਣ ਤਿਆਰੀ ਕਰ ਸਕਦਾ ਆ? ਕਹਿੰਦਾ ਸਫਲ ਰਹਿ ਜਾਣਾ ਲੋਕਾਂ ਨੇ। ਇਸ ਲਈ ਤੁਰੀ ਟਿਕਾਣੇ ਸਿਰਿਆ। ਉਹ ਕਹਿੰਦਾ ਸਾਰੀਆਂ ਗੱਲਾਂ ਢੱਬ ਸਿਰ ਤੇ ਜੁਗਤੀ ਦੇ ਨਾਲ ਹੋਣ। ਮੰਨ ਲਓ ਕੋਈ ਈਰਖਾ ਦੇ ਨਾਲ ਭਰਿਆ ਬੰਦਾ ਚਰਚ 'ਚ ਆ ਗਿਆ, ਆਪਣੇ ਆਪ ਨੂੰ ਖਾਲੀ ਕਰਕੇ ਨਹੀਂ ਆਇਆ, ਆਪਣੇ ਆਪ ਨੂੰ ਨੀਵਾਂ ਨਹੀਂ ਕਰਕੇ ਆਇਆ, ਬਰਕਤ ਨਹੀਂ ਲੈ ਕੇ ਜਾਏਗਾ। ਉਹਦੀ ਭਗਤੀ ਭਾਵੇਂ ਗਰਮੀ 'ਚ ਬੈਠਾ ਸੁਣੀ ਨਹੀਂ ਜਾਣੀ, ਭਗਤੀ ਉਹਦੀ ਉੱਥੋਂ ਤੱਕ ਪਹੁੰਚ ਨਹੀਂ ਸਕਦੀ, ਕਿਉਂਕਿ ਗਲਤ ਮਕਸਦ ਦੇ ਨਾਲ ਆ, ਗਲਤ ਇਰਾਦੇ ਦੇ ਨਾਲ ਕਰ ਰਿਹਾ ਆ, ਭਾਵੇਂ ਉਹ ਸਹੀ ਗੱਲ ਵੀ ਕਰ ਰਿਹਾ ਹੈ। ਹੁਣ ਇਹ ਗੱਲ ਬੜੀ ਕਲੋਜ਼ ਆ, ਸੱਚ ਆ, ਝੰਜੋੜ ਕੇ ਰੱਖ ਦੇਣ ਵਾਲੀ ਆ। ਮੰਨ ਲਓ ਬੰਦਾ ਗਲਤ ਆ, ਬੰਦਾ ਵਚਨ ਨੂੰ ਮੰਨਣ ਵਾਲਾ ਨਹੀਂਗਾ, ਔਰ ਗੱਲ ਬਿਲਕੁਲ ਸਹੀ ਕਰ ਰਿਹਾ ਹੈ, ਤਾਂ ਵੀ ਗਲਤ ਆ। ਸੱਚ ਹੈ। ਬੰਦਾ ਗਲਤ ਆ, ਗੱਲ ਸਹੀ ਕਰ ਰਿਹਾ ਹੈ, ਗਲਤ ਆ। ਬੰਦਾ ਸਹੀ ਆ, ਗੱਲ ਗਲਤ ਕਰ ਰਿਹਾ ਹੈ, ਤਾਂ ਵੀ ਗਲਤ ਹੈ। ਦੋਵੇਂ ਚੀਜ਼ਾਂ ਸਹੀ ਪਾਈਆਂ ਜਾਣੀਆਂ ਚਾਹੀਦੀਆਂ। ਮੰਨ ਲਓ ਭਾਈ ਬ੍ਰੈਂਡਨ ਨੇ ਕਹਾ ਕਿ ਜੇਕਰ ਚੈਨਲ ਸਹੀ ਨਹੀਂਗਾ, ਪ੍ਰਸਾਰਣ ਕਦੇ ਸਹੀ ਨਹੀਂ ਹੋ ਸਕਦਾ।
और जे प्रसारण सही है तो चैनल गलत आ ਤਾਂ ਵੀ ਗੜਬੜ ਆ ਔਰ ਬਾਬੁਲ ਗੜਬੜੀ ਨੂੰ ਬਿਆਨ ਕਰਦਾ ਆ ਸ਼ੈਤਾਨ ਗੜਬੜ ਪੈਦਾ ਕਰਦਾ ਆ ਹਾਲੇਲੂਇਆ ਹਾਲੇਲੂਇਆ ਉਹ ਵਚਨ ਤੋਂ ਪਰੋਖੇ ਲੈ ਕੇ ਜਾਏਗਾ ਗੱਲ ਵਚਨ ਦੀ ਕਰੇਗਾ ਪਰ ਆਪ ਮੰਨਣਾ ਨਹੀਂ ਇਕਰਾਰ ਕਰੇਗਾ ਪਰ ਝੂਠਾ ਉਹ ਝੂਠ ਬੋਲਦਾ ਆ ਅਸੀਂ ਕਿਹਦੀ ਸੰਤਾਨ ਹੈ ਜੇ ਤਾਂ ਅਸੀਂ ਪ੍ਰਭੂ ਦੀ ਸੰਤਾਨ ਹੈ ਫਿਰ ਸੱਚਾਈ ਦੇ ਉੱਤੇ ਆਉਣਾ ਪੈਣਾ ਫਿਰ ਸਹੀ ਭਗਤੀ ਕਰਨੀ ਪੈਣੀ ਆ ਫਿਰ ਐਦਾਂ ਦੇ ਕੁਝ ਗਵੰਤਰੀ ਵਜੰਤਰੀ ਵਰਤਨੇ ਪੈਣੇ ਆ ਜਿਹੜੇ ਬਿਲਕੁਲ ਆਤਮਿਕ ਆ ਗੀਤ ਗਾਉਣ ਵਾਲੇ ਪੂਰੇ ਆਤਮਿਕ ਆ ਅੱਜ ਮੈਂ ਦੇਖਦਾ ਕਈ ਗੋਸਪਲ ਸਿੰਗਰ ਉੱਠੇ ਆ ਗੋਸਪਲ ਸਿੰਗਰ ਉੱਠੇ ਔਰ ਉਹਨਾਂ ਦਾ ਜੀਵਨ ਉਹ ਸਾਫ਼ ਪਤਾ ਲੱਗ ਰਿਹਾ ਆ ਕਿ ਇਹ ਗਲਤ ਹੈ ਵਚਨ ਤੋਂ ਗਲਤ ਆ ਵਚਨ ਦੇ ਮੁਤਾਬਕ ਸਹੀ ਨਹੀਂ ਗੇ ਕਿਉਂਕਿ ਉਹਨਾਂ ਦਾ ਕੈਮਰਿਆਂ ਦੇ ਉੱਤੇ ਖੜੇ ਹੋਣਾ ਦੱਸ ਰਿਹਾ ਹੈ ਉਹਨਾਂ ਦਾ ਪਹਿਰਾਵਾ ਬਿਆਨ ਕਰ ਰਿਹਾ ਵੀ ਇਹ ਬੰਦੇ ਸਹੀ ਨਹੀਂ ਗੇ ਔਰ ਬਕਾਇਦਾ ਐਦਾਂ ਦੀ ਚੀਜ਼ਾਂ ਜਿਨ੍ਹਾਂ ਦੀ ਬਾਈਬਲ 'ਚ ਬਣਾਈ ਆ ਉਹ ਗੀਤਾਂ ਦੇ ਵਿੱਚ ਕਰ ਰਹੇ ਆ ਮਸੀਹ ਗੀਤਾਂ 'ਚ ਕਰ ਰਹੇ ਆ ਭਗਤੀ ਕੀ ਹੋ ਰਹੀ ਆ ਅੱਜ ਚਰਚਾਂ ਦੇ ਵਿੱਚ ਬਾਬੁਲ ਰਾਜ ਕਰ ਰਿਹਾ ਹੈ ਸ਼ੈਤਾਨ ਦੀ ਭਗਤੀ ਚੱਲ ਰਹੀ ਆ ਕਈ ਚਰਚਾਂ ਦੇ ਵਿੱਚ ਕਈ ਪਰਿਵਾਰਾਂ ਦੇ ਵਿੱਚ ਸ਼ੈਤਾਨ ਦੇ ਦੁਆਰਾ ਭਗਤੀ ਜਿਹੜੀ ਕਾਇਨ ਕਰਨਾ ਚਾਹੁੰਦਾ ਸੀ ਆਪਣੇ ਤਰੀਕੇ ਦੀ ਭਗਤੀ ਸਿਰਫ ਧਰਮੀ ਨਜ਼ਰ ਆਈਏ ਸਿਰਫ ਮਸੀਹ ਨਜ਼ਰ ਆਈਏ ਮਸੀਹ ਸਾਡੇ ਵਿੱਚ ਨਜ਼ਰ ਆ ਰਿਹਾ ਕਿ ਨਹੀਂ ਆ ਰਿਹਾ ਇਹਦੇ ਨਾਲ ਕੋਈ ਮਤਲਬ ਨਹੀਂ ਆ ਕਿਹਨਾਂ ਨੂੰ ਗੱਲ ਸਮਝ ਆ ਗਈ ਆਮੀਨ ਫਿਰ ਜੇਕਰ ਸਮਝ ਆ ਰਹੀ ਤੁਸੀਂ ਹਾਲੇਲੂਇਆ ਆਮੀਨ ਕਰ ਸਕਦੇ ਹੋ ਐਦਾਂ ਹੀ ਕਿਦਾਂ ਵੀ ਜਿੱਦਾਂ ਲੱਗ ਰਿਹਾ ਵੀ ਮੈਂ ਝਿੜਕ ਰਿਹਾ ਤੁਹਾਨੂੰ अगर किसी ने गल्ला संतुष्टि दे रही है वो हालेलुया आमीन कह सकता है और अगर किसी ने संतुष्टि दे वो चुप करके बह सकता है क्योंकि ये गल्ला सानू झंझोड़ा मारन वालियां है ये सानू होर ज्यादा प्रभु दे लागे लेके जाण वालियां गल्लां है देखो भक्ति शैतान करवाउणा चाहुंदा है वो कहंदा तुसी मसीह बनो पर उदां दे ना बनो जिद्दां दे प्रभु कहंदा है आमीन तुसी प्रार्थना करो पर उदां दी ना करो जिद्दां दी प्रभु चाहुंदा है तुसी बाइबल पढ़ो पर उदां ना पढ़ो जिद्दां प्रभु चाहुंदा है शैतान दी कहानी उस सारता ਨੂੰ ਕੱਟਣਾ ਚਾਹੁੰਦਾ ਆ ਜੀ ਆਮੀਨ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਪ੍ਰਭੂ ਦੇ ਬੱਚੀਆਂ ਔਰ ਬੱਚੇ ਸਦਾ ਉਦਾਂ ਦੀ ਭਗਤੀ ਕਰਦੇ ਆ ਜਿੱਦਾਂ ਦੀ ਪ੍ਰਭੂ ਚਾਹੁੰਦਾ ਆ ਆਮੀਨ ਉਹ ਆਪਣੇ ਅੰਦਰ ਕੁਝ ਕਰੈਕਟਰ ਨੂੰ ਦਿਖਾਉਂਦੇ ਆ ਆਮੀਨ ਉਹ ਆਪਣੇ ਅੰਦਰ ਚਰਿੱਤਰ ਨੂੰ ਦਿਖਾਉਂਦੇ ਆ ਕਿ ਅਸੀਂ ਪ੍ਰਭੂ ਦੀ ਸੰਤਾਨ ਆ ਆਮੀਨ ਅਸੀਂ ਝੂਠ ਦੇ ਗੁਲਾਮ ਨਹੀਂ ਗਏ ਆਮੀਨ ਅਸੀਂ ਝੂਠੀਆਂ ਤਲੀਮਾਂ ਦੇ ਗੁਲਾਮ ਨਹੀਂ ਗਏ ਆਮੀਨ ਅਸੀਂ ਗਲਤ ਇਰਾਦੇ ਦੀ ਭਗਤੀ ਦੇ ਗੁਲਾਮ ਨਹੀਂ ਗਏ ਆਮੀਨ ਅਸੀਂ ਕਦੇ ਕਿਸੇ ਚਰਚ ਦੇ ਵਿਰੁੱਧ ਨਹੀਂ ਕੰਮ ਕਰਦੇ ਆਮੀਨ ਸਿਰਫ ਸ਼ੈਤਾਨ ਦੇ ਵਿਰੁੱਧ ਕੰਮ ਕਰਦੇ ਆਮੀਨ ਸਾਡੀ ਲੜਾਈ ਲਹੂ ਤੇ ਮਾਸ ਨਾਲ ਨਹੀਂ ਆ ਸਾਡੀ ਲੜਾਈ ਉਹਨਾਂ ਭ੍ਰਿਸ਼ਟ ਆਤਮਿਆਂ ਦੇ ਨਾਲ ਆ ਜਿਹੜੀਆਂ ਸਵਰਗੀ ਥਾਵਾਂ ਦੇ ਉੱਤੇ ਵੱਸਦੇ ਆ ਆਮੀਨ ਹਾਲੇਲੂਇਆ ਹਾਲੇਲੂਇਆ ਔਰ ਬਿਨਾਂ ਕਰੈਕਟਰ ਦੀ ਭਗਤੀ ਤੁਹਾਡਾ ਕੋਈ ਕਰੈਕਟਰ ਹੀ ਨਹੀਂਗਾ ਤੁਹਾਨੂੰ ਪਤਾ ਹੀ ਨਹੀਂਗਾ ਕਿ ਮੈਂ ਸ਼ੈਤਾਨ ਦੀ ਸੰਤਾਨ ਆ ਕਿ ਪਰਮੇਸ਼ਰ ਦੀ ਸੰਤਾਨ ਆ ਬਿਨਾਂ ਕਰੈਕਟਰ ਦੀ ਭਗਤੀ ਅੱਧੀ ਭੇਡ ਤੇ ਅੱਧੀ ਬੱਕਰੀ प्रभु पसंद नहीं करता जब पूरी पेट बनना पैना तो जब पूरी बकरी जी जब पूरे विश्वासी तो जब अविश्वासी जब परमेश्वर वाले वाल होना पैना तो जा सीधा शैतान दी पक्षी प्रभु को इसे करैक्टर दी मांग करदा है प्रभु को चाहता है कि तोड़े अंदर जड़ी चीज ओदे दिल नु हलूना मारे जड़ी चीज ओदे मन नु पावे आमीन केड़ी चीज है जड़ी तोड़े अंदर परमेश्वर दे मन नु पा रही है आमीन तोड़े दान देने दा तरीका ਤੁਹਾਡੀ ਪ੍ਰਾਰਥਨਾ ਕਰਨ ਦਾ ਤਰੀਕਾ ਤੁਹਾਡੇ ਜੀਵਨ ਜੀਣ ਦਾ ਤਰੀਕਾ ਪ੍ਰਭੂ ਨੂੰ ਪਾ ਰਿਹਾ ਹੈ ਜੇ ਨਹੀਂ ਪਾ ਰਿਹਾ ਤੇ ਕਿਦੋਂ ਪਾਉਣਾ ਹੈ ਕਦੋਂ ਤੁਸੀਂ ਉਹਦੇ ਇਰਾਦੇ ਦੀ ਭਗਤੀ ਕਰਨਾ ਚਾਹੁੰਦੇ ਹੋ ਹਾਲੇਲੂਇਆ ਹਾਲੇਲੂਇਆ ਭੈਣੋ ਤੇ ਭਰਾਓ ਜਿਸ ਕਿਸੇ ਦੇ ਅੰਦਰ ਪ੍ਰਭੂ ਦਾ ਸੁਭਾਅ ਨਹੀਂ ਕੰਮ ਕਰਦਾ ਜਿਸ ਕਿਸੇ ਦੇ ਅੰਦਰ ਵੀ ਉਹ ਪਰਮੇਸ਼ਰ ਦੀ ਆਦਤ ਨਹੀਂ ਕੰਮ ਕਰ ਰਹੀ समझ लो शैतान दी दित्ती हुई भक्ति काम कर रही है वो शैतान दे द्वारा भक्ति करना चाहता है किन्ने नूं गल समझ आई किन्ने नूं पता है कि पूरा इतिहास गवाह है और भाई ब्रैनम ने इहदे ते दस्सिया है कि जिहड़ी कैथलिक है वो बिल्कुल शैतान दी मंडली है और बाइबल ने उहनूं वड्डी कंजरी करके दस्सिया है किन्ने नूं पता है किन्ने नूं याद है भाव कैथलिक कलीसिया ਨੂੰ ਉਹਨੇ ਸ਼ੈਤਾਨ ਦੀ ਮੰਡਲੀ ਕਿਹਾ ਆ ਉਹ ਨਾਮ ਕਿਹਦਾ ਲੈ ਰਹੇ ਹੋ ਯਿਸੂ ਮਸੀਹ ਦਾ ਨਾਮ ਵਰਤਦੇ ਆਮੀਨ ਵਰਤਦੇ ਹੋਰ ਕਈਆਂ ਨਬੀਆਂ ਰਸੂਲਾਂ ਦਾ ਨਾਮ ਉਹ ਵਰਤਦੇ ਭਗਤੀ ਜਾ ਕਿੱਧਰ ਨੂੰ ਰਹੀ ਸ਼ੈਤਾਨ ਰਿਜ਼ਲਟ 0
प्रतिफल नहीं है। किन्ने ਨੂੰ ਗੱਲ ਸਮਝ ਆਈ ਜਿਹੜੀ ਮੈਂ ਦੱਸਿਆ? ਆਮੇਨ। ਕੋਈ ਵੀ ਫਾਇਦਾ ਨਹੀਂਗਾ ਉਸ ਭਗਤੀ ਨੂੰ ਕਰਦਾ, ਭਾਵੇਂ ਯਿਸੂ ਮਸੀਹ ਦੇ ਨਾਮ 'ਚ ਕਰ ਰਹੇ, ਭਾਵੇਂ ਨਾਮ ਕਿਹਦਾ ਵਰਤ ਰਹੇ ਆ, ਯਿਸੂ ਮਸੀਹ ਦਾ। ਉਹ ਬਚਾਏਗਾ ਨਹੀਂ। ਅਗਰ ਬਚਾ ਚਾਹੀਦਾ ਆ ਤੇ ਦੋਵੇਂ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ ਆ। ਆਮੇਨ। ਨਾਮ ਵੀ ਸਹੀ ਆ ਜਿਹੜਾ ਪ੍ਰਭੂ ਯਿਸੂ ਮਸੀਹ ਸਭ ਨਾਮਾਂ ਤੋਂ ਉੱਤਮ ਆ, ਆਮੇਨ। ਔਰ ਉਹ ਬੰਦਾ ਵੀ ਸਹੀ ਹੋਣਾ ਚਾਹੀਦਾ ਆ। ਆਮੇਨ। ਕਿਹਨਾਂ ਨੂੰ ਗੱਲ ਸਮਝ ਆ ਰਹੀ ਹੈ? ਆਮੇਨ। ਹਾਲੇਲੂਇਆ। ਇਸ ਲਈ ਦੇਖੋ ਕਿ ਤੁਸੀਂ ਕਿਹਦੀ ਭਗਤੀ ਕਰਨਾ ਚਾਹੁੰਦੇ ਹੋ, ਆਮੇਨ। ਕਿਹਦੀ ਭਗਤੀ ਕਰਨ ਦੇ ਲਈ ਤੁਸੀਂ ਲਾਗੇ ਆਏ ਹੋ। ਆਮੇਨ। ਹਾਲੇਲੂਇਆ। ਹਾਲੇਲੂਇਆ। ਇਹ ਨਾ ਦੇਖੋ ਕਿ ਮੈਂ ਬੜਾ ਆਦਰ ਕਰਦਾ ਆ, ਬੜਾ ਜੀਵਨ ਜੀਆ ਕਿ ਨਹੀਂ ਜੀਆ। ਤੁਹਾਡੇ ਅੰਦਰ ਉਸ ਚੀਜ਼ ਦਾ ਕਰੈਕਟਰ ਹੈਗਾ ਕਿ ਨਹੀਂ ਹੈਗਾ, ਉਹ ਚੀਜ਼ ਦੀ ਆਦਤ ਹੈਗੀ ਕਿ ਨਹੀਂ ਹੈਗੀ। ਔਰ ਅਗਰ ਤੁਹਾਡਾ ਜੀਵਨ ਹੈ ਨਹੀਂਗਾ, ਔਰ ਕਹਿੰਦੇ ਕਿ ਅਗਰ ਕਾਂ ਉਕਾਬ ਦੇ ਖੰਭ ਲਾ ਕੇ ਕਵੇ ਕਿ ਮੈਂ ਉਕਾਬ ਆ, ਮੈਂ ਉਕਾਬ ਆ, ਵੇਖੋ ਮੈਂ ਵੀ ਉਕਾਬ ਆ, ਵੇਖੋ ਮੇਰਾ ਪਹਿਰਾਵਾ ਦੱਸ ਰਿਹਾ, ਪਰ ਉਹ ਅੰਦਰੋਂ ਉਕਾਬ ਤਾਂ ਹੈ ਹੀ ਨਹੀਂਗਾ। ਔਰ ਕਹਿੰਦਾ ਉਹਨੂੰ ਛੱਡ ਕੇ ਦੇਖੋ ਉਚਲੀਆਂ ਹਵਾਵਾਂ 'ਚ, ਕਹਿੰਦਾ ਜਿੰਨੇ ਉਹ ਲਾਏ ਖੰਭ ਆ ਨਾ ਉਹ ਸਾਰੇ ਝੜ ਜਾਣੇ ਆ, ਉਹ ਨਿਕਲ ਜਾਣੇ ਆ, ਔਰ ਉਹਦੀ ਮੂਰਖਤਾ ਜ਼ਾਹਰ ਹੋ ਜਾਣੀ ਹੈ। ਆਮੇਨ। ਉਸ ਕਾਂ ਦੀ मूर्खता ਜ਼ਾਹਰ ਹੋ ਜਾਣੀ ਹੈ। ਅੱਜ ਵੀ ਜਦ ਲੋਕ ਏਦਾਂ ਦੇ ਪ੍ਰਭੂ ਦੇ ਲਾਗੇ ਆਉਂਦੇ ਆ ਤੇ ਜਦੋਂ ਕਦੇ ਕੋਈ ਮੁਸੀਬਤ ਆਉਂਦੀ ਆ ਉਹਦੀ ਮੂਰਖਤਾ ਜ਼ਾਹਰ ਹੋ ਜਾਂਦੀ ਵੀ ਅਸਲ 'ਚ ਪ੍ਰਭੂ ਦੇ ਲਾਗੇ ਨਹੀਂ ਸੀਗੇ, ਇਹ ਤਾਂ ਕਿਸੇ ਹੋਰ ਚੀਜ਼ ਦੇ ਲਾਗੇ ਸੀਗੇ। ਇਦਾਂ ਹੀ ਕਈ ਪ੍ਰਭੂ ਦੇ ਲਾਗੇ ਆਏ, ਪਰ ਜਦੋਂ ਹੀ ਵਚਨ ਦੀ ਗੱਲ ਆਈ ਪਿੱਠਾ ਕਮਾ ਕੇ ਪਿਛਾ ਭੈੜੇ ਪੈ ਗਿਆ ਉਸ ਗੱਲ ਤੋਂ। ਉਹ ਕਹਿੰਦਾ ਮੈਂ ਸੰਦੀਪਕ ਜਿਉਂਦਾ ਕਿਵੇਂ, ਹੁਣ ਵੇਖੋ ਉਹ ਕਹਿੰਦਾ ਵੀ ਮੈਂ ਕਿਵੇਂ ਸੰਦੀਪਕ ਜਿਉਂਦਾ ਅਧਿਕਾਰੀ ਹੋ ਸਕਦਾ ਹੈ। ਉਹ ਕਹਿੰਦਾ ਤੂੰ ਸਾਰੇ ਹੁਕਮਾਂ ਨੂੰ ਮੰਨ, ਕਹਿੰਦਾ ਬਚਪਨ ਤੋਂ। ਹੁਣ ਬਚਪਨ ਤੋਂ ਕੋਈ ਬੰਦਾ ਹੁਕਮਾਂ ਨੂੰ ਮੰਨਦਾ ਹੋਵੇ ਤੇ ਉਹ ਨਰਕ 'ਚ ਜਾ ਸਕਦਾ? ਨਹੀਂ, ਨਹੀਂ ਜਾ ਸਕਦਾ, ਨਹੀਂ ਜਾ ਸਕਦਾ। ਪਰ ਉਹ ਚਲਾ ਗਿਆ ਆਮੇਨ। ਕਿਉਂਕਿ ਉਹ ਧਰਮ ਨਹੀਂ ਪੂਰਾ ਕਰ ਰਿਹਾ। ਆਮੇਨ। ਉਹ ਬਸ ਜੋ ਦੀ ਆਦਤ ਹੈ ਨਾ, ਵੀ ਚਲੋ ਉਹ ਦਿਲ ਨੂੰ ਸਕੂਨ ਦੇ ਰਹੀ ਹੈ ਗੱਲ, ਦੋ ਟਾਈਮ ਦੁਆ ਕਰ ਲੈਂਦੇ ਆ। ਔਰ ਜ਼ਿਆਦਾਤਰ ਲੋਕ ਪਤਾ ਰਾਤ ਨੂੰ ਜਿਆਦਾ ਦੁਆ ਕਰਦੇ, ਦਿਨ ਨੂੰ ਭੁੱਲ ਜਾਂਦੇ ਆ। ਕਿੰਨੇ ਦਿਨ ਨੂੰ ਭੁੱਲਦੇ ਭਲਾ? ਕੋਈ ਹੈਗਾ ਜਿਹੜਾ ਦਿਨ ਨੂੰ ਭੁੱਲ ਜਾਂਦਾ ਦੁਆ ਕਰਨੀ? ਝੂਠ ਨਾ ਮਾਰੇ, ਜ਼ਿਆਦਾਤਰ ਭੁੱਲ ਜਾਂਦੇ ਆ। ਪਤਾ ਕਿਉਂ ਭੁੱਲਦੇ? भुल जाते ਦਿਨ ਨੂੰ ਭੁੱਲ ਜਾਂਦੇ, ਕਿਉਂਕਿ ਦਿਨ ਨੂੰ ਸੋਣਾ ਨਹੀਂ ਹੁੰਦਾ, ਦਿਨ ਨੂੰ ਹਨੇਰਾ ਨਹੀਂ ਹੁੰਦਾ, ਰਾਤ ਨੂੰ ਹਨੇਰਾ ਹੁੰਦਾ। ਤੇ ਉਹ ਕਹਿੰਦੇ ਤਾਂ ਦੁਆ ਕਰਦੇ ਰਾਤ ਨੂੰ ਬੁਰੇ ਬੁਰੇ ਖੁਆਬ ਨਹੀਂ ਆਉਂਦੇ, ਨੀਂਦ ਸੋਹਣੀ ਆ ਜਾਂਦੀ, ਤਾਂ ਰਾਤ ਨੂੰ ਦੁਆ ਕਰ। ਹੋਰ ਕੋਈ ਮਕਸਦ ਨਹੀਂ ਉਹਨਾਂ ਦੁਆ ਕਰਨ ਦਾ। ਕਿਹਨਾਂ ਨੂੰ ਗੱਲ ਸਮਝ ਆਈ? ਜੇਕਰ ਹੋਰ ਅਸੀਂ ਗੱਲ ਕਰੀਏ ਇਸ ਗੱਲ ਦੀ, ਚਰਚ ਵੀ ਤਾਂ ਹੀ ਆਉਂਦੇ ਆ ਵੀ ਚਲੋ ਲੱਗੀਏ ਕਿ ਮਸੀਹ ਆ, ਮਸੀਹ ਆ। ਵਚਨ ਨੂੰ ਮੰਨਣਾ ਨਹੀਂ ਮੰਨਣਾ ਨਾਲ ਕੋਈ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ। ਜਦੋਂ ਕੋਈ ਭੈਣ ਭਰਾ ਵਚਨ ਨੂੰ ਮੰਨਦਾ ਹੈ, ਜਦੋਂ ਕੋਈ ਵਚਨ ਨੂੰ ਮੰਨਦਾ ਹੈ, ਉਹ ਅਣਖ ਦੇ ਨਾਲ ਜਿਉਂਦਾ ਹੈ। ਆਮੀਨ। ਉਹ ਕਹਿੰਦਾ ਸਾਰੀ ਦੁਨੀਆ ਇੱਕ ਪਾਸੇ, ਪ੍ਰਭੂ ਦਾ ਵਚਨ ਇੱਕ ਪਾਸੇ। ਆਮੀਨ। ਉਹ ਕਹਿੰਦਾ ਠੀਕ ਆ। ਏਦਾਂ ਕੋਈ ਭਾਈ ਸੀਗਾ, ਕੋਈ ਭਾਈ, ਤੇ ਉਹ ਕਹਿੰਦਾ ਭਰਾਓ ਮੈਂ ਇਕੱਲਾ ਹੀ ਮਸੀਹ ਆ, ਮੇਰਾ ਪਰਿਵਾਰ ਸਾਰਾ ਕੋਈ ਮਸੀਹ ਨਹੀਂ ਹੈਗਾ, ਪਾਸਟਰ ਹੈਗਾ। ਕਿਹਨਾਂ ਨੂੰ ਗੱਲ ਸਮਝ ਆਈ? ਆਮੀਨ। ਫਿਰ ਅੱਗੋਂ ਕਿਸੇ ਭਾਈ ਨੇ ਉਹਦਾ ਜਵਾਬ ਦਿੱਤਾ, ਕਹਿੰਦਾ ਵੀ ਜੇ ਤੂੰ ਇਕੱਲਾ ਮਸੀਹ ਹੈ ਨਾ ਤਾਂ ਫਿਰ ਮਸੀਹ ਵਾਲੀ ਅਣਖ 'ਚ ਖੜਾ ਹੋ। ਆਮੀਨ। ਕਹਿੰਦਾ ਉਹ ਸਾਰਾ ਪਰਿਵਾਰ ਨੂੰ ਪਾਲ ਤੂਰ ਰਿਹਾ, ਉਹ ਸਾਰੇ ਤੇਰੀ ਆਸ ਤੇ ਜੀ ਰਹੇ ਵੀ ਤੂੰ ਕਦੋਂ ਪੈਸਾ ਉਹਨਾਂ ਦੇ ਲਈ ਲੈ ਕੇ ਆਵੇਂ ਤੇ ਉਹ ਰੋਟੀ ਖਾਣ। ਸਭ ਚੀਜ਼ਾਂ ਤੂੰ ਉਹਨਾਂ ਦੇ ਲਈ ਕਰ ਰਿਹਾ, ਤੂੰ ਤੇਰੀ ਗੱਲ ਨਹੀਂ ਮੰਨਦੀ। ਕਹਿੰਦਾ ਇੱਕ ਹਫ਼ਤਾ ਉਹਨਾਂ ਨੂੰ ਕਹਿਆ ਵੀ ਮੈਂ ਕਿਰਾਏ ਤੇ ਰਹਿਣਾ, ਮੈਂ ਤੁਹਾਡੇ ਵਿੱਚ ਨਹੀਂ ਰਹਿਣਾ। ਇਹ ਅਣਖਿਆ, ਮੇਰਾ ਤੁਹਾਡੇ ਵਿੱਚ ਰਹਿ ਕੇ ਦਮ ਘੁੱਟਦਾ ਹੈ, ਮੈਂ ਤੁਹਾਡੇ ਨਾਲ ਰਹਿਣਾ ਨਹੀਂ ਚਾਹੁੰਦਾ। ਨਹੀਂ ਨਾ ਕਿ ਉਹ ਵੀ ਪਾਸਟਰ ਪਰਿਵਾਰਾਂ ਨੂੰ ਤੋੜਦੇ ਆ, ਪ੍ਰਭੂ ਦੀ ਵਚਨ ਦੀ ਅਣਖ 'ਚ ਖੜੇ ਹੋਣਾ। ਇਹ ਉਹਨਾਂ ਭੈਣਾਂ ਭਰਾਵਾਂ ਦੀ ਗੱਲ ਕਰ ਰਿਹਾ ਜਿਹੜੇ ਪ੍ਰਭੂ ਨੂੰ ਜੀਣਾ ਚਾਹੁੰਦੇ ਆ, ਜਿਹੜੇ ਪ੍ਰਭੂ ਦੇ ਲਈ ਕੁਝ ਕਰਨਾ ਚਾਹੁੰਦੇ ਆ। ਇਸ ਲਈ ਕਹਿੰਦੇ ਮੁਸੀਬਤ ਔਖੀ ਤੇ ਕਰੜੀ ਆ। ਆਮੀਨ। ਇਹ ਫੁੱਲਾਂ ਦੀ ਸੇਜ ਨਹੀਂ ਗੀ, ਆਮੀਨ। ਇਹ ਫੁੱਲਾਂ ਦੀ ਸੇਜ ਨਹੀਂ ਗੀ। ਔਰ ਕਹਿੰਦੇ ਕਿ ਜੇ ਤੁਹਾਡੀ ਨਹੀਂ ਨਾ ਮੰਨਦੇ ਤੇ ਅਲੱਗ ਹੋ ਉਹਨਾਂ ਤੋਂ। ਤੁਸੀਂ ਕਹੋ ਵੀ ਮੈਂ ਕਿਰਾਏ ਤੇ ਚਲੇ ਜਾਣਾ, ਮੈਂ ਤੁਹਾਡੇ ਨਾਲ ਨਹੀਂ ਰਹਿਣਾ,
ਔਰ ਮੇਰੀ ਕਮਾਈ ਵੀ ਉਦੋਂ ਤੱਕ ਤੁਸੀਂ ਖਾ ਸਕਦੇ ਜਦ ਤੱਕ ਮੇਰੀ ਅਗਵਾਈ ਦੇ ਹੇਠ ਚੱਲ ਰਹੀ। ਮੰਨ ਲਓ ਪ੍ਰਭੂ ਦੀ ਅਗਵਾਈ 'ਚ ਅਸੀਂ ਚੱਲ ਨਹੀਂ ਰਹੇ, ਹੁਣ ਪ੍ਰਭੂ ਸਾਡਾ ਸਿਰ ਆ ਹਨਾ, ਪਰ ਪ੍ਰਭੂ ਦੀ ਅਗਵਾਈ 'ਚ ਅਸੀਂ ਚੱਲ ਨਹੀਂ ਰਹੇ ਤੇ ਬਰਕਤਾਂ ਦੇਊਗਾ। ਕਹਿੰਦਾ ਮੈਂ ਤੈਨੂੰ ਜਾਣਦਾ ਨਹੀਂ, ਕੌਣ ਹੈ ਤੂੰ? ਪਰ ਉਹਦੀ ਅਗਵਾਈ 'ਚ ਉਹ ਤਾਂ ਵੀ ਸਾਨੂੰ ਪਰੋਸੇ, ਤਾਂ ਵੀ ਸਾਡੇ ਨਾਲ ਸਹਿਮਤੀ ਜਤਾਵੇ। ਉਹ ਕਿੱਦਾਂ ਦਾ ਪ੍ਰਭੂ ਹੈ ਹੈਨਾ। ਹੁਣ ਪਾਸਟਰ ਬੰਦਾ ਤੇ ਕਿਸੇ ਭਾਈ ਨਾਲ ਜਵਾਬ ਕਹਿੰਦਾ ਵੀ ਅਸਲ 'ਚ ਬੰਦਾ ਗਲਤ ਹੈ, ਇਹਦਾ ਪਰਿਵਾਰ ਨਹੀਂ ਗਲਤ, ਬੰਦਾ ਗਲਤ ਹੈ। ਕਹਿੰਦਾ ਜੇ ਅਣਖ 'ਚ ਖੜਾ ਹੁੰਦਾ ਨਾ ਤੇ ਸਭ ਸੈੱਟ ਹੋ ਜਾਣਾ ਸੀ, ਸੈੱਟ ਹੋ ਜਾਣਾ ਸੀ। ਕਹਿੰਦਾ ਕਿੱਦਾਂ ਹੋਣਾ ਸੀ? ਐਦਾਂ ਹੋਣਾ ਸੀ। ਇੱਕ ਹਫ਼ਤਾ ਨਹੀਂ ਸੀ ਉਹਦੇ ਪਰਿਵਾਰ ਦਾ ਉਹਦੇ ਬਿਨਾਂ ਨਿਕਲਣਾ ਹੈ। ਠੀਕ ਹੈ ਤੁਸੀਂ ਇੱਕ ਪਾਸੇ ਹੋ ਜਾਓ, ਮੈਂ ਇੱਕ ਪਾਸੇ, ਤੁਸੀਂ ਕਰੋ ਆਦੀ ਬਿਰਤ ਪਾਪ। ਮੈਂ ਪ੍ਰਭੂ ਦੇ ਨਾਲ ਖੜਨਾ ਹੈ, ਮੈਂ ਉਹਦੀ ਅਣਖ 'ਚ ਖੜਨਾ ਹੈ। ਆਇਆ ਕਹਿੰਦਾ ਭਗਤੀ, ਮੈਨੂੰ ਬਹੁਤ ਵਧੀਆ ਲੱਗੀ ਇਹ ਗੱਲ। ਮੈਂ ਕਿਹਾ ਵੀ ਹਾਂ ਸਹੀ ਗੱਲ ਹੈ, ਜੇ ਤਾਂ ਵਚਨ ਨੂੰ ਜੀਣਾ ਆ ਤਾਂ ਫਿਰ ਵਚਨ ਦੇ ਤਰੀਕੇ ਨਾਲ ਜੀਣਾ ਹੈ। ਇਹ ਨਹੀਂ ਕਿ ਮੈਂ ਗਲਤ ਨਹੀਂ ਸੀਗਾ ਭਾਈ ਜੀ, ਮੈਂ ਤੋਂ ਗਲਤ ਕਰਵਾ ਦਿੱਤਾ ਗਿਆ। ਕਿੱਦਾਂ ਕਿਸੇ ਨੇ ਕਰਵਾਤਾ ਗਲਤ? ਕੋਈ ਹੈ ਕਰ ਗਲਤ ਕਰਵਾ ਸਕਦਾ? ਭਾਈ ਰੋਸ਼ਨ ਕਹਿੰਦਾ ਵਿਆਹ ਤੁਹਾਡਾ, ਖਰਚਾ ਤੁਹਾਡਾ, ਸਭ ਚੀਜ਼ਾਂ ਟੈਨਸ਼ਨ ਤੁਹਾਡੀ, ਸੱਦੇ ਜੀ ਤੁਸੀਂ, ਤੇ ਕੋਈ ਬਾਹਰੋਂ ਆ ਕੇ ਤੁਹਾਨੂੰ ਗਲਤ ਕਿੱਦਾਂ ਕਰ ਗਿਆ? ਇਹਦਾ ਜਵਾਬ ਨਹੀਂ ਹੈ ਇਹਨਾਂ ਗੱਲਾਂ ਦਾ। ਅਸਲ 'ਚ ਉਹ ਬੰਦਾ ਗਲਤ ਆ, ਗਲਤ ਕਰਦਾ ਹੈ। ਇਸ ਲਈ ਵੇਖੋ ਤੁਸੀਂ ਕਿਹਨੂੰ ਸਮਰਪਿਤ ਜੇ। ਪ੍ਰੋਗਰਾਮ ਵਹਾਓ ਨਾ, ਵਚਨ ਨੂੰ ਜੀਣਾ ਪੈਣਾ ਹੈ, ਕਿਉਂਕਿ ਆਹ ਸਮਾਂ ਵਚਨ ਨੂੰ ਜੀਣ ਦਾ ਆ। ਆਮੇਨ। ਉਹਦੀ ਆਗਿਆਕਾਰੀ 'ਚ ਚੱਲਣ ਦਾ ਸਮਾਂ ਆ। ਏਦਾਂ ਲੜਾਈਆਂ ਝਗੜੇ ਈਰਖਾ ਔਰ ਰੋਲੇ ਰੱਪੇ 'ਚ ਰਹਿਣ ਦਾ ਨਹੀਂਗਾ। ਸੱਚ ਮਸੀਹ ਪਿਆਰ ਦੀ। ਆਮੇਨ। ਇਸ ਲਈ ਕਹਿੰਦਾ ਏਦਾਂ ਦਾ ਪਿਆਰ ਰੱਖੋ। ਆਪਾਂ ਜਿਹੜੀ ਸ਼ੁਰੂ 'ਚ ਐਤ ਪੜ੍ਹੀ ਆ, ਪਿਆਰ ਆ, ਔਰ ਪਿਆਰ ਸਦਾ ਸੁਧਾਰ ਰੱਖਿਆ। ਪਿਆਰ ਸੁਧਾਰ ਕਰਦਾ ਆ। ਤੁਸੀਂ ਕਦੇ ਆਪਦੇ ਬੱਚਿਆਂ ਨੂੰ ਸੜਕ ਦੇ ਉੱਤੇ ਖੁੱਲਾ ਨਹੀਂ ਛੱਡ ਸਕਦੇ। ਕੋਈ ਛੱਡਦਾ ਆਪਦੇ ਬੱਚਿਆਂ ਨੂੰ? ਕਿਉਂਕਿ ਉਹ ਪਿਆਰ ਆ ਤੁਹਾਡਾ, ਤੁਹਾਨੂੰ ਪਤਾ ਉਹ ਮਰ ਜਾਣਾ, ਉੱਥੇ ਖਤਮ ਹੋ ਜਾਣਾ। ਤੁਸੀਂ ਕਿੱਦਾਂ ਆਪਦੇ ਹੋਰ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਜਾਂ ਤੇ ਪਰਿਵਾਰਾਂ ਨੂੰ ਸ਼ੈਤਾਨ ਦੇ ਕੋਲ ਛੱਡ ਕੇ ਜਾ ਸਕਦੇ? ਇਹ ਪਿਆਰ ਆ? ਨਹੀਂ, ਇਹ ਤਾਂ ਦੁਸ਼ਮਣੀ ਆ। ਕੋਈ ਨਾ ਕੋਈ ਦੁਸ਼ਮਣੀ ਕੱਢੀ ਜਾ ਰਹੀ ਹੈ ਉਹਨਾਂ ਨਾਲ। ਕਿਹਨਾਂ ਨੂੰ ਗੱਲ ਸਮਝ ਆਈ? ਭੈਣੋ ਤੇ ਭਰਾਓ, ਜਿਹੜਾ ਵਚਨ ਤੋਂ ਜਨਮਿਆ ਹੈ ਉਹ ਵਚਨ ਨੂੰ ਜਿਉਂਦਾ ਹੈ। ਔਰ ਇਸ ਤੱਕ ਮੈਂ ਕੱਲ੍ਹ ਵਾਲੀ ਗੱਲ ਸੁਣਿਆ ਸੀ, ਜੋ ਕੁਝ ਤੁਹਾਡੇ ਅੰਦਰ ਆ ਉਹੀ ਬਾਹਰ ਆਏਗਾ। ਆਮੇਨ। ਉਹ ਜਿਹੜੀ ਰਹਾਬ ਵੈਸ਼ੀਆ ਸੀਗੀ, ਉਹਦੇ ਜੋ ਕੁਝ ਅੰਦਰ ਸੀਗਾ ਉਹ ਬਾਹਰ ਆ ਗਿਆ। ਉਹ ਕਹਿੰਦੀ ਮੈਂ ਜਾਣਦੀ ਹਾਂ ਵੀ ਤੁਸੀਂ ਕਿੱਦਾਂ ਮਿਸਰ ਦੇ ਵਿੱਚੋਂ ਆਏ ਹੋ, ਔਰ ਜਿਹਨੇ ਵੀ ਤੁਹਾਡੀ ਵਿਰੋਧਤਾ ਕੀਤੀ ਆ ਉਹ ਟੇਕ ਨਹੀਂ ਸਕੇ। ਤੁਸੀਂ ਸਭਨਾਂ ਨੂੰ ਨਾਸ਼ ਕਰਦੇ ਆਏ। ਪਰ ਮੈਨੂੰ ਪਤਾ ਆ ਵੀ ਯਰੀਓ ਭਾਵੇਂ ਆਪਦੇ ਆਪ 'ਚ ਬੜਾ ਘੈਂਟ ਆ, ਪਰ ਨਾਸ਼ ਇਹਨੇ ਵੀ ਹੋ ਜਾਣਾ ਆ। ਪਰ ਕਹਿੰਦੇ ਮੇਰੇ ਤੇ ਤੁਸੀਂ ਕਿਰਪਾ ਕਰੇ। ਕਿਹਨਾਂ ਨੂੰ ਗੱਲ ਸਮਝ ਆਈ? ਆਮੇਨ। ਜੋ ਕੁਛ ਉਹਦੇ ਅੰਦਰ ਸੀ ਉਹ ਬਾਹਰ ਆ ਗਿਆ। ਆਮੇਨ। ਹਾਲੇਲੂਇਆ। ਜੋ ਕੁਛ ਕੈਨ ਦੇ ਅੰਦਰ ਸੀ ਸੋ ਬਾਹਰ ਆ ਗਿਆ। ਜੋ ਕੁਛ ਹਾਬਲ ਦੇ ਅੰਦਰ ਸੀ ਸੋ ਬਾਹਰ ਆਇਆ। ਆਮੇਨ। ਸਾਡੇ ਅੰਦਰ ਕੀ ਆ? ਕਿਹਨਾਂ ਨੂੰ ਗੱਲ ਸਮਝ ਆ ਰਹੀ? ਆਮੇਨ। ਜੋ ਕੁਛ ਵੀ ਸਾਡੇ ਅੰਦਰ ਆ ਉਹ ਵੀ ਬਾਹਰ ਆਉਂਦਾ ਹੈ। ਯੂਦਾ ਇਸਕਰੀਓਤੀ ਦੇ ਅੰਦਰ ਜੋ ਕੁਛ ਵੀ ਸੀ ਸੋ ਬਾਹਰ ਆਇਆ, ਪਰ ਪਤਰਸ ਦੇ ਅੰਦਰ ਜੋ ਕੁਛ ਸੀ ਉਹ ਬਾਹਰ ਆਇਆ। ਆਮੇਨ। ਸੱਚ ਹੈ। ਪ੍ਰਭੂ ਯਿਸੂ ਮਸੀਹ ਦੇ ਅੰਦਰ ਜੋ ਕੁਛ ਸੀ ਸੋ ਬਾਹਰ ਆਇਆ। ਆਮੇਨ। ਸਾਰਿਆਂ ਦਾ ਅੱਜ ਪਰਖਿਆ, ਸਾਰਿਆਂ ਦਾ ਪ੍ਰਗਟਾਵਾ ਹੈ ਅੱਜ। ਆਮੇਨ। ਉਹ ਚੀਜ਼ਾਂ ਆ ਜਿਹੜੀਆਂ ਕੁਝ ਲੋਕ ਆ ਜਿਹੜੇ ਸ਼ੈਤਾਨ ਦੀ ਭਗਤੀ ਕਰ ਰਹੇ ਆ। ਮਸੀਹ ਉਹਦੇ ਬਾਵਜੂਦ ਵੀ ਸ਼ੈਤਾਨ ਦੀ ਭਗਤੀ ਕਰ ਰਿਹਾ, ਜਿਹਦਾ ਆਪਾਂ ਕੈਥੋਲਿਕ ਦਾ ਹਵਾਲਾ ਦਿੱਤਾ ਹੈ। ਕੈਥੋਲਿਕ ਸਾਰੀ ਸ਼ੈਤਾਨ ਦੀ ਭਗਤੀ ਹੈ, ਮੂਰਤੀ ਪੂਜਾ ਆ, ਔਰ ਪ੍ਰਭੂ ਮੂਰਤੀ ਪੂਜਾ ਤੋਂ ਘਿਣ ਕਰਦਾ ਹੈ। ਬਾਈਬਲ ਸਾਰੀ ਭਰੀ ਪਈ ਇਸ ਗੱਲ ਨਾਲ। ਕਿਹਨਾਂ ਨੂੰ ਗੱਲ ਸਮਝ ਆਈ? ਅੱਜ ਵੀ ਕਈ ਲੋਕ ਆ ਗਲਤ ਭਗਤੀ ਕਰ ਰਹੇ, ਸ਼ੈਤਾਨ ਦੀ ਭਗਤੀ ਕਰ ਰਹੇ। ਪਰਮੇਸ਼ਰ ਦੀ ਭਗਤੀ ਅਣਖ ਦੀ ਭਗਤੀ ਆ, ਉਹ ਮਿਲਨਸਾਰ ਦੀ ਭਗਤੀ ਆ, ਉਹ ਸੱਚ ਬੋਲਣ ਦੀ ਭਗਤੀ ਆ। ਕਿਹਨਾਂ ਨੂੰ ਗੱਲ ਸਮਝ ਆਈ? ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਆਓ ਉਸ ਹਿਸਾਬ ਦੇ ਸਿਰਾਂ ਝੁਕਾਈਏ, ਅੱਖਾਂ ਬੰਦ ਕਰੀਏ। ਇਹ ਸਭ ਆਪਦੇ ਸਿਰਾਂ ਝੁਕਾਈਏ, ਅੱਖਾਂ ਬੰਦ ਕਰੀਏ। ਇਹ ਸਭ ਆਪਦੇ ਸਿਰਾਂ ਝੁਕਾ ਲਈਏ, ਅੱਖਾਂ ਬੰਦ ਕਰੀਏ। ਔਰ ਜਿਹੜੇ ਭੈਣ ਭਰਾ ਅੱਜ ਵੀ ਆਪਣੇ ਇਰਾਦੇ ਨੂੰ, ਆਪਣੇ ਤਰੀਕੇ ਨੂੰ ਚਾਹੁੰਦਾ ਹੈ, ਉਹ ਅੱਜ ਵੀ ਆਪਣਾ ਸੁਧਾਰ ਕਰ ਸਕਦਾ।
ਆਪਣੇ ਆਪ ਨੂੰ ਬਦਲ ਲੈਣਾ ਚਾਹੁੰਦਾ ਹੈ। ਆਓ ਅਸੀਂ ਸਭਾ ਦੇ ਸਿਰਾਂ ਝੁਕਾ ਲੈਂਦੇ ਹਾਂ। ਪਰ ਅਗਰ ਕਿਸੇ ਨੂੰ ਵੀ ਅੱਜ ਦੇ ਵਚਨ ਤੋਂ ਕੁਝ ਐਸਾ ਲੱਗਦਾ ਹੈ ਕਿ ਮੇਰਾ ਸੁਧਾਰ ਚਾਹੀਦਾ ਹੈ, ਮੈਨੂੰ ਹੋਰ ਪ੍ਰਭੂ ਦੀ ਵਧਣਾ ਚਾਹੀਦਾ ਹੈ, ਮੈਨੂੰ ਹੋਰ ਵਚਨ ਦੀ ਅਗਾਂਹ ਵਧਣਾ ਚਾਹੀਦਾ ਹੈ, ਕਿਉਂਕਿ ਕੁਝ ਭਗਤੀ ਆ ਜਿਹੜੀ ਸ਼ੈਤਾਨ ਦੀ ਭਗਤੀ ਆ। ਕੁਝ ਲੋਕ ਭਗਤੀ ਤਾਂ ਕਰ ਰਿਹਾ ਪਰ ਸਿੱਧਾ ਧਰਮ ਨੂੰ ਹੀ ਪੂਰਾ ਕਰ ਰਹੇ ਆ, ਪਰ ਆਤਮਿਕ ਲੋਕ ਆਤਮਿਕ ਤਰੀਕੇ ਦੀ ਭਗਤੀ ਨੂੰ ਕਰਦੇ ਆ। ਉਹ ਕਦੀ ਕਿਸੇ ਨਾਲ ਈਰਖਾ ਨਹੀਂ ਕਰਦੇ, ਉਹ ਕਦੀ ਝੂਠ ਨਹੀਂ ਬੋਲਦੇ, ਉਹ ਕਦੀ ਸੁਸਤੀਆ ਨਜ਼ਰ ਨਹੀਂ ਆਉਂਦੇ, ਉਹ ਬਿਲਕੁਲ ਵਧੀਆ ਨਜ਼ਰ ਆਉਂਦੇ ਆ। ਉਹਨਾਂ ਦੇ ਪਹਿਰਾਵਾ, ਉਹਨਾਂ ਦੇ ਜੀਵਨ ਜੀਣ ਦਾ ਤਰੀਕਾ, ਸਭ ਚੀਜ਼ਾਂ ਵਚਨ ਦੇ ਮੁਤਾਬਕ ਬਿਲਕੁਲ ਪਰਫੈਕਟ ਵੇ ਦੇ ਨਾਲ ਆ, ਪਰਫੈਕਟ ਤਰੀਕੇ ਦੇ ਨਾਲ ਆ। ਪਰ ਪ੍ਰਭੂ ਏਦਾਂ ਦੇ ਲੋਕਾਂ ਨੂੰ